ਜਿੱਥੇ ਜਿੱਥੇ ਸੰਸਾਰ ਭਰ ਦੇ ਵਿੱਚ ਭੀੜ ਪਈ, ਜਿੱਥੇ ਲੋਕਾਂ ਨੂੰ ਇਹ ਮਹਿਸੂਸ ਹੋਇਆ ਕਿ ਸਾਨੂੰ ਕੋਈ ਮਦਦ ਦੇਵੇ, ਖਾਲਸਾ ਏਡ ਸਿਰ ਤੇ ਕਫਨ ਬਣ ਕੇ ਉੱਥੇ ਵੀ ਪਹੁੰਚੀ। ਭਾਵੇਂ ਕੋਈ ਲੜਾਈ ਹੋਵੇ, ਭਾਵੇਂ ਕੋਈ ਭੁਚਾਲ ਹੋਵੇ, ਭਾਵੇਂ ਕੋਈ ਹੜ੍ਹ ਆਏ ਹੋਣ। ਕਿਸਾਨੀ ਅੰਦੋਲਨ ਚੱਲ ਰਿਹਾ, ਉਹਦੀ ਮਦਦ ਕਿਵੇਂ ਕੀਤੀ ਜਾਵੇ। ਉਸ ਵੇਲੇ ਵੀ ਨਵਦੀਪ ਦੇ ਸਵਾਲ ਉੱਠੇ ਕਿ ਇਹ ਮਦਦ ਕਿਵੇਂ ਆ ਰਹੀ ਹੈ, ਕਿਤੇ ਇਹਨੇ ਬਦਾਮ ਕਿੰਨੇ ਇਕੱਠੇ ਹੋ ਗਏ, ਇੱਥੇ ਜਲੇਬੀਆਂ ਬਣ ਰਹੀਆਂ, ਦੁੱਧ ਕਿੱਥੋਂ ਆ ਰਿਹਾ, ਘਿਓ ਦੇ ਪੀਪੇ ਕਿੱਥੋਂ ਆ ਰਹੇ ਆ। ਹੁਣ ਇਹ ਤਾਂ ਉਹ ਕੌਮ ਦੀ ਗੱਲ ਹੈ ਨਾ, ਜਿਹੜੀ ਕੌਮ ਨੂੰ, ਜਿਹੜੇ ਭਾਈਚਾਰੇ ਨੂੰ ਵਿਰਾਸਤ ਦੇ ਵਿੱਚ ਇੱਦਾਂ ਦੀ ਇੱਕ ਜਿਹਨੂੰ ਕਹਿੰਦੇ ਆਪਾਂ ਗੁੜਤੀ ਮਿਲੀ ਹੈ। ਉਹਨਾਂ ਦੇ ਜਿਹੜੇ ਅਹੁਦੇਦਾਰ ਹੈ ਉਹ ਸ਼ਾਇਦ ਅਜੇ ਸਵੇਰੇ ਆਪਣੇ ਘਰਾਂ 'ਚ ਸੁੱਤੇ ਪਏ ਉੱਠੇ ਹੀ ਨਹੀਂ ਹੋਣਗੇ, ਰਾਤੀ ਦੇਰ ਨਾਲ ਆਏ ਹੋਣਗੇ, ਕਿਸ ਤਰ੍ਹਾਂ ਦਗੜ ਕਰਦੇ ਹੋਣਗੇ। ਪੁਲਿਸ ਅਧਿਕਾਰੀ ਕੇਂਦਰ ਦੀਆਂ ਏਜੰਸੀਆਂ ਉੱਥੇ ਪਹੁੰਚ ਗਈਆਂ ਪੁੱਛ ਪੜਤਾਲ ਕਰਨ ਦੇ ਲਈ, ਲੰਬਾ ਕੁਝ ਖੰਗਾਲਿਆ ਗਿਆ। ਇਸ ਤਰ੍ਹਾਂ ਕੜੀਆਂ ਜੋੜਨ ਦੀ ਗੱਲ ਕੀਤੀ ਗਈ ਕਿ ਫਲਾਂ ਜਿਹੜਾ ਕੋਈ ਖਾੜਕੂ ਹੈ ਜਾਂ ਫਲਾਂ ਖਾਲਿਸਤਾਨੀ ਹੈ, ਤੁਹਾਡੇ ਉਹਦੇ ਨਾਲ ਕੋਈ ਸੰਬੰਧਤਾ ਨਹੀਂ। ਉਹਨਾਂ ਦੇ ਮੋਬਾਈਲ ਫੋਨ ਖੋਲ੍ਹੇ ਗਏ। ਅਗਰ ਕੋਈ ਗੈਰ ਕਾਨੂੰਨੀ ਸਿਧਾਂਤ ਤੋਂ ਬਾਹਰ ਜਾ ਕੇ ਗੱਲ ਕਰਦਾ ਹੈ ਤਾਂ ਉਹ ਕੋਈ ਗੱਲ ਲੁਕੀ ਛੁਪੀ ਨਹੀਂ ਰਹਿੰਦੀ, ਉਸ ਦੇ ਖਿਲਾਫ ਕਾਰਵਾਈਆਂ ਹੁੰਦੀਆਂ ਹੋਣਗੀਆਂ ਜੀ। ਪਰ ਜੇ ਮਾਨਵਤਾ ਦੀ ਸੇਵਾ ਕਰਨ ਵਾਲੇ ਲੋਕਾਂ ਦੇ ਵਿਰੁੱਧ ਵੀ ਤੁਸੀਂ ਉਹਨਾਂ ਲੋਕਾਂ 'ਤੇ ਵੀ ਸ਼ੱਕ ਕਰਦੇ ਹੋ ਜਿਹੜੇ ਮਾਨਵਤਾ ਦੀ ਖਾਤਰ ਇੰਨਾ ਕੁਝ ਕਰਦੇ ਆ। ਪੰਜਾਬ ਦੇ ਵਿੱਚ ਕਈ ਚੈਨਲ ਨੇ ਜਿਹੜੇ ਉਹ ਬੰਦ ਕਰਵਾ ਦਿੱਤੇ ਗਏ, ਕਈ ਚੈਨਲ ਤਾਂ ਹਾਲੇ ਤੱਕ ਵੀ ਨਹੀਂ ਚੱਲੇ। ਬਹੁਤ ਸਾਰੇ ਲੋਕ ਜਿਹੜੇ ਉਹਨਾਂ ਚੈਨਲਸ ਨਾਲ ਜੁੜੇ ਹੋਏ ਸੀ ਅੱਜ ਵੀ ਬੇਰੁਜ਼ਗਾਰ ਇੱਧਰ ਉੱਧਰ ਘੁੰਮ ਰਹੇ ਨੇ। ਹੋਰ ਤਾਂ ਹੋਰ ਕਿ ਪੱਤਰਕਾਰਾਂ ਨੂੰ ਤਾਂ ਮਰਵਾ ਤੱਕ ਦਿੱਤਾ ਜਾਂਦਾ ਹੈ। ਕੋਈ ਗੋਲੀ ਦਾ ਸ਼ਿਕਾਰ ਬਣਾਤਾ, ਕਿਸੇ ਨਾ ਕਿਸੇ ਹਿਸਾਬ ਦਾ ਕੋਈ ਅਟੈਕ ਕਰਵਾ ਦਿੱਤਾ, ਜਾਂ ਫਿਰ ਕਿਸੇ ਤੇ ਕੋਈ ਕੇਸ ਪਵਾ ਕੇ ਉਸਨੂੰ ਜੇਲ੍ਹ ਦੇ ਵਿੱਚ ਸੁੱਟਵਾ ਦਿੱਤਾ। ਹੁਣ ਬਰਤਾਨੀਆ ਦੇ ਪਾਰਲੀਮੈਂਟ ਮੈਂਬਰ ਹੈ ਤਨਮਨਜੀਤ ਸਿੰਘ ਢੇਸੀ, ਉਹ ਆਏ ਬਰਤਾਨੀਆ ਤੋਂ ਆਏ, ਇੱਕ ਪਾਰਲੀਮੈਂਟ ਮੈਂਬਰ ਹੈ। ਬਰਤਾਨੀਆ ਦੇ ਔਰ ਇੰਡੀਆ ਦੇ ਸਾਡੇ ਚੰਗੇ ਦੋਨਾਂ ਮੁਲਕਾਂ ਦੇ ਸਬੰਧ ਹੈਗੇ ਹੈ। ਢੇਸੀ ਦੀ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਏਅਰਪੋਰਟ 'ਤੇ ਖੱਜਲ ਖੁਆਰੀ ਕੀਤੀ ਗਈ ਜੀ, ਉਹਨਾਂ ਰੋਕਿਆ ਗਿਆ, ਕੋਈ ਗੱਲ ਥੋੜ੍ਹੀ ਹੈ। ਜੇ ਸਾਡੇ ਇੱਦਾਂ ਹੀ ਮੁਲਕ ਦਾ ਕੋਈ MP ਜਾਂ ਕੋਈ ਮਿਨਿਸਟਰ ਜਾ ਕੇ ਦੂਜੇ ਮੁਲਕ 'ਚ ਇਸ ਤਰ੍ਹਾਂ ਦੀ ਗੱਲ ਹੋਏਗੀ ਤਾਂ ਕੌਣ ਬਰਦਾਸ਼ਤ ਕਰੇਗਾ। ਉਹ ਕਹਿੰਦੇ ਲੱਗਦਾ ਇਹ ਹੈ ਕਿ ਮੈਨੂੰ ਸ਼ਾਇਦ ਇਸ ਗੱਲ ਦੀ ਸਜ਼ਾ ਦਿੱਤੀ ਗਈ ਹੈ ਉੱਥੇ ਜਿਹੜੀ ਖੱਜਲ ਖੁਆਰੀ ਹੋਈ ਹੈ ਕਿ ਮੈਂ ਕਿਸਾਨੀ ਅੰਦੋਲਨ ਦੇ ਹੱਕ 'ਚ ਆਵਾਜ਼ ਉਠਾਈ ਹੈ, ਮੈਂ ਸਿੱਖ ਮਾਮਲਿਆਂ ਦੇ ਹੱਕ 'ਚ ਆਵਾਜ਼ ਉਠਾਈ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼। ਇਹ ਪ੍ਰੋਗਰਾਮ ਹੈ ਜਿਸ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਵੱਖੋ ਵੱਖਰੀਆਂ ਸਰਗਰਮੀਆਂ ਬਾਰੇ, ਖਾਸ ਕਰਕੇ ਅਖਬਾਰਾਂ ਦੀਆਂ ਉਹ ਸਰਗਰਮੀਆਂ ਜੋ ਵੱਖ-ਵੱਖ ਪ੍ਰੋਗਰਾਮਾਂ ਦਾ ਹਿੱਸਾ ਬਣਦੀਆਂ ਨੇ। ਵੱਖੋ ਵੱਖਰੇ ਏਰੀਆਜ਼ ਦੇ ਵਿੱਚੋਂ ਬਹੁਤ ਜ਼ਿਆਦਾ ਅਹਿਮ ਖਬਰਾਂ ਨੇ ਜਿਹੜੀਆਂ ਉਹ ਇਸ ਪ੍ਰੋਗਰਾਮ ਦੇ ਵਿੱਚ ਲਈਆਂ ਜਾਂਦੀਆਂ ਨੇ, ਉਹਨਾਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਗੱਲ ਭਾਵੇਂ ਧਰਮ ਦੀ ਹੋਵੇ, ਗੱਲ ਭਾਵੇਂ ਸਿਆਸਤ ਦੀ ਹੋਵੇ, ਗੱਲ ਭਾਵੇਂ ਸਮਾਜ ਦੀ ਹੋਵੇ, ਹਰ ਇੱਕ ਖਬਰ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਸੋ ਸਾਰੀਆਂ ਹੀ ਖਬਰਾਂ 'ਤੇ ਵਿਚਾਰ ਵਟਾਂਦਰਾ ਕਰਨ ਦੇ ਲਈ ਤੇ ਸਹੀ ਤੇ ਸਟੀਕ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਹਰ ਵਕਤ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ ਜਗਤਾਰ ਸਿੰਘ ਸਿੱਧੂ ਜੀ। ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਿੱਧੂ ਸਾਹਿਬ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਨਵਦੀਪ ਜੀ, ਬਹੁਤ ਮਿਹਰਬਾਨੀ। ਮੌਕਾ ਮਿਲਦਾ ਇਸ ਤਰੀਕੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਦੇ ਲਈ ਤੇ ਉਹਨਾਂ ਮੁੱਦਿਆਂ ਦੀ ਗੱਲ ਕਰਨ ਦੀ ਕਿ ਖਬਰਾਂ ਦੇ ਪਿਛਲੀ ਖਬਰ ਕੀ ਹੈ। ਜੀ ਬਿਲਕੁਲ। ਤਾਂ ਅਕਸਰ ਮੈਂ ਦਰਸ਼ਕਾਂ ਨੂੰ ਦੱਸਦੀ ਹੁੰਦੀ ਹਾਂ ਕਿ ਸਿੱਧੂ ਸਾਹਿਬ ਉਹ ਸ਼ਖਸੀਅਤ ਨੇ ਜੋ ਹਰ ਪ੍ਰੋਗਰਾਮ ਦੇ ਵਿੱਚ ਤੁਸੀਂ ਉਹਨਾਂ ਨੂੰ ਦੇਖਦੇ ਹੋ। ਗੱਲ ਭਾਵੇਂ ਨਜ਼ਰੀਆ ਪ੍ਰੋਗਰਾਮ ਦੀ ਹੋਵੇ, ਡਿਬੇਟ ਦੀ ਹੋਵੇ, ਆਮੋ ਸਾਹਮਣੇ ਦੀ ਹੋਵੇ, ਤਾਂ ਹਰ ਇੱਕ ਪ੍ਰੋਗਰਾਮ ਦੇ ਵਿੱਚ ਤੁਸੀਂ ਇਹਨਾਂ ਨੂੰ ਵੱਖੋ ਵੱਖਰੀਆਂ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਦੇ ਆ, ਉਹਨਾਂ ਦੇ ਨਾਲ ਸਵਾਲ ਜਵਾਬ ਕਰਦਿਆਂ ਨੂੰ ਵੇਖਦੇ ਹੋ। ਸਾਡੇ ਲਈ ਇਹ ਸ਼ਖਸੀਅਤ ਬਹੁਤ ਅਹਿਮ ਨੇ ਕਿਉਂਕਿ ਇਹਨਾਂ ਤੋਂ ਅਸੀਂ ਬਹੁਤ ਕੁਝ ਸਿੱਖਦੇ ਹਾਂ, ਬਹੁਤ ਸਾਰੀ ਅਹਿਮ ਜਾਣਕਾਰੀ ਇਹਨਾਂ ਤੋਂ ਹਾਸਲ ਕਰਦੇ ਹਾਂ ਤਾਂ ਕਿ ਆਪਣੇ ਦਰਸ਼ਕਾਂ ਨੂੰ ਸਮਾਂ ਰਹਿੰਦੇ ਸਹੀ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ। ਅੱਜ ਦੀਆਂ ਖਬਰਾਂ ਹਰ ਵਾਰ ਦੀ ਤਰ੍ਹਾਂ ਬੇਹੱਦ ਅਹਿਮ ਰਹਿਣ ਵਾਲੀਆਂ ਨੇ। ਅਕਸਰ ਆਪਾਂ ਗੱਲ ਕਰਦੇ ਹਾਂ ਪੰਜਾਬ ਬਾਰੇ, ਪੰਜਾਬੀਅਤ ਬਾਰੇ, ਸੱਤ ਸਮੁੰਦਰ ਪਾਰ ਜਿੱਥੇ ਜਿੱਥੇ ਸਾਡੇ ਪੰਜਾਬੀ ਰਹਿੰਦੇ ਨੇ ਉਹਨਾਂ ਬਾਰੇ। ਕਿਹੜੀਆਂ ਸੰਸਥਾਵਾਂ ਨੇ ਜੋ ਵੱਖ-ਵੱਖ ਏਰੀਆ ਦੇ ਵਿੱਚ ਕੰਮ ਕਰ ਰਹੀਆਂ ਨੇ, ਕਿਹੜੇ ਸਿੱਖ ਨੇ ਜੋ ਆਪਣੀ ਅਹਿਮ ਭੂਮਿਕਾ ਅਦਾ ਕਰ ਰਹੇ ਨੇ। ਭਾਵੇਂ ਗੱਲ ਕਿਸੇ ਦੀ ਦਾਨ ਨੂੰ ਲੈ ਕੇ ਹੋਵੇ, ਭਾਵੇਂ ਗੱਲ ਕਿਸੇ ਦੀ ਮਦਦ ਨੂੰ ਲੈ ਕੇ ਹੋਵੇ, ਭਾਵੇਂ ਕੋਈ ਸਕੂਲ ਐਜੂਕੇਸ਼ਨ ਦੀ ਗੱਲ ਹੋਵੇ, ਭਾਵੇਂ ਗਰੀਬਾਂ ਦੀ ਸਹਾਇਤਾ ਦੀ ਜਾਂ ਬੱਚੀਆਂ ਦੇ ਵਿਆਹਾਂ ਦੀ ਗੱਲ ਹੋਵੇ, ਤਾਂ ਸਾਰੀਆਂ ਹੀ ਗੱਲਾਂ ਬਾਤਾਂ ਆਪਾਂ ਆਪਣੇ ਇਸ ਚੈਨਲ 'ਤੇ ਇਸ ਪ੍ਰੋਗਰਾਮਾਂ ਦੇ ਵਿੱਚ ਦਿਖਾਉਂਦੇ ਆ। ਸੋ ਅੱਜ ਜਿਹੜੀ ਅਹਿਮ ਗੱਲ, ਸ਼ਾਇਦ ਤੁਸੀਂ ਮੇਰੀਆਂ ਗੱਲਾਂ ਤੋਂ ਅੰਦਾਜ਼ਾ ਲਾ ਹੀ ਲਿਆ ਹੋਵੇਗਾ ਕਿ ਮੈਂ ਗੱਲ ਕਰਾਂਗੀ ਖਾਲਸਾ ਏਡ ਦੀ। ਖਾਲਸਾ ਏਡ ਉਹ ਸੰਸਥਾ ਜੋ ਸਿਰਫ ਇੱਕ ਦੇਸ਼ 'ਚ ਨਹੀਂ, ਜੋ ਸਿਰਫ
ਪੰਜਾਬ ਦੇ ਵਿੱਚ ਹੀ ਨਹੀਂ, ਭਾਰਤ ਦੇ ਵਿੱਚ ਹੀ ਨਹੀਂ, ਅਮਰੀਕਾ ਕੈਨੇਡਾ ਦੇ ਵਿੱਚ ਵੀ ਨਹੀਂ, ਵੱਖ-ਵੱਖ ਥਾਵਾਂ ਤੇ ਜਿੱਥੇ ਸੰਸਾਰ ਭਰ ਦੇ ਵਿੱਚ ਭੀੜ ਪਈ, ਜਿੱਥੇ ਲੋਕਾਂ ਨੂੰ ਇਹ ਮਹਿਸੂਸ ਹੋਇਆ ਕਿ ਸਾਨੂੰ ਕੋਈ ਮਦਦ ਦੇਵੇ, ਖਾਲਸਾ ਏਡ ਸਿਰ ਤੇ ਕਫਨ ਬਣ ਕੇ ਉੱਥੇ ਵੀ ਪਹੁੰਚੀ। ਭਾਵੇਂ ਕੋਈ ਲੜਾਈ ਹੋਵੇ, ਭਾਵੇਂ ਕੋਈ ਭੁਚਾਲ ਹੋਵੇ, ਭਾਵੇਂ ਕੋਈ ਹੜ੍ਹ ਆਏ ਹੋਣ, ਹਰ ਥਾਂ ਤੇ ਮਦਦ ਦੇਣ ਦੇ ਲਈ ਇਹ ਅੱਗੇ ਪਹੁੰਚਦੇ ਨੇ। ਸਾਰੇ ਹੀ ਮੈਂਬਰ ਆਪ ਮੁਹਾਰੇ ਅੱਗੇ ਵੱਧ ਕੇ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਤੇ ਦੂਰ ਦੁਰਾਡੇ ਤੋਂ ਬੈਠੇ ਜਿਹੜੇ ਲੋਕ ਨੇ, ਜਿਹੜੇ ਸੇਵਾਦਾਨੀ ਨੇ, ਉਹ ਆਪਣਾ ਸਹਿਯੋਗ ਵੀ ਅਦਾ ਕਰਦੇ ਨੇ, ਕਿਉਂਕਿ ਜੇ ਫੰਡ ਇਕੱਠਾ ਹੋਏਗਾ ਤਾਂ ਹੀ ਲੋਕਾਂ ਦੀ ਮਦਦ ਹੋਏਗੀ, ਤਾਂ ਹੀ ਉਹਨਾਂ ਦੀ ਸੇਵਾ ਕੀਤੀ ਜਾ ਸਕੇਗੀ। ਆਉਣ ਜਾਣ ਦਾ ਖਰਚਾ, ਖਾਣ ਪੀਣ ਦਾ ਖਰਚਾ, ਰਹਿਣ ਦੇ ਲਈ ਉਹਨਾਂ ਨੂੰ ਟੈਂਟ ਦੇਣਾ, ਈਵਨ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਵਿੱਚ ਤਾਂ ਉਹਨਾਂ ਨੇ ਪਸ਼ੂਆਂ ਨੂੰ ਚਾਰਾ ਤੱਕ ਪ੍ਰੋਵਾਈਡ ਕਰਵਾਇਆ। ਸੋ ਇਸ ਸੰਸਥਾ ਤੇ NIA ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਬਹੁਤ ਸਾਰੇ ਸਿਆਸਤਦਾਨ ਨੇ ਜਿਨ੍ਹਾਂ ਨੇ ਇਤਰਾਜ਼ ਵੀ ਜਤਾਇਆ। ਸੋ ਕੀ ਇਹ ਪੂਰਾ ਮਸਲਾ, ਇਸ ਦੇ ਲਈ ਆਪਾਂ ਸਿੱਧੂ ਸਾਹਿਬ ਵੱਲ ਵਧਾਂਗੇ। ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਖਾਲਸਾ ਏਡ ਬਾਰੇ? ਨਵਦੀਪ, ਜਿੱਦਾਂ ਤੁਸੀਂ ਜ਼ਿਕਰ ਕੀਤਾ, ਅਸੀਂ ਦਰਸ਼ਕਾਂ ਦੇ ਵੀ ਧਿਆਨ 'ਚ ਲੈਣਾ ਚਾਹੁੰਦੇ ਕਿ ਜੋ ਇਸ਼ੂ ਲਿਆ ਜਾ ਰਿਹਾ ਖਾਲਸਾ ਏਡ ਦੀ, ਜਦੋਂ ਆਪਾਂ ਗੱਲ ਕਰਦੇ ਹਾਂ, ਬਹੁਤ ਅਹਿਮ ਤੇ ਵੱਡਾ ਮਾਮਲਾ ਇਸ ਕਰਕੇ ਬਣ ਜਾਂਦਾ ਨਵਦੀਪ, ਕਿਉਂਕਿ ਸਾਡੇ ਪੰਜਾਬੀਆਂ ਦੇ ਸੁਭਾਅ ਵਿੱਚ ਹੈ ਦੂਜਿਆਂ ਦੀ ਮਦਦ ਕਰਨਾ। ਸਾਨੂੰ ਗੁਰੂ ਸਾਹਿਬਾਨ ਤੋਂ ਵਿਰਸੇ 'ਚ, ਵਿਰਾਸਤ 'ਚ ਇਹ ਗੱਲ ਮਿਲੀ ਹੈ ਕਿ ਜਿੱਥੇ ਵੀ ਕਿਤੇ ਮੁਸ਼ਕਿਲ ਹੈ, ਕਿਸ ਕਦਰ ਆਪਾਂ ਹੁਣ ਤਾਂ ਚਲੋ ਇੱਕ ਜਿਹੜੀ ਸਹੀ ਇੱਕ ਆਰਗੇਨਾਈਜੇਸ਼ਨ ਹੈ ਖਾਲਸਾ ਏਡ, ਉਹਦੀ ਮਦਦ ਦੀ ਗੱਲ ਕਰਦੇ ਹਾਂ। ਚਾਹੇ ਹੜ੍ਹਾਂ ਦੀ ਗੱਲ ਹੋਏ, ਚਾਹੇ ਭੁਚਾਲ ਦੀ ਗੱਲ ਹੋਏ, ਚਾਹੇ ਹਾਦਸੇ ਹੋ ਜਾਣ ਜਾਂ ਹੋਰ ਇੱਦਾਂ ਦੀਆਂ ਜਿਹੜੀਆਂ ਹੈਗੀਆਂ ਘਟਨਾਵਾਂ, ਮੰਦਭਾਗੀਆਂ ਘਟਨਾਵਾਂ ਵਾਪਰ ਜਾਣ, ਤੇ ਖਾਲਸਾ ਏਡ ਜਿਹੜੀ ਹਰ ਜਗ੍ਹਾ ਤੇ ਕੌਮਾਂਤਰੀ ਪੱਧਰ ਤੇ ਉਹਨਾਂ ਥਾਵਾਂ ਤੇ ਵੀ ਪਹੁੰਚਦੀ ਹੈ ਜਿੱਥੇ ਕੋਈ ਸਿੱਖ ਭਾਈਚਾਰੇ ਦਾ, ਪੰਜਾਬੀਆਂ ਦਾ ਜਾਂ ਹਿੰਦੁਸਤਾਨੀਆਂ ਦਾ ਕੋਈ ਲੈਣਾ ਦੇਣਾ ਵੀ ਨਹੀਂ ਹੈ। ਬਿਲਕੁਲ, ਉੱਥੇ ਜਾ ਕੇ ਮਦਦ ਕਰਦੇ ਆ, ਜਿੱਥੋਂ ਦੀ ਸ਼ਾਇਦ ਉੱਥੋਂ ਦੇ ਲੋਕਾਂ ਨੂੰ ਉਹਨਾਂ ਦੀ ਜਿਹੜੀ ਆਪਣੀ ਜ਼ੁਬਾਨ ਹੈ ਸ਼ਾਇਦ ਉਹ ਵੀ ਸਮਝ ਨਾ ਆਉਂਦੀ ਹੋਵੇ, ਤਾਂ ਉਹਨਾਂ ਦੀ ਆਪਣੀ ਭਾਸ਼ਾ 'ਚੋਂ ਗੱਲ ਕਰਦੇ ਹੋਣਗੇ, ਜਿਸ ਕਦਰ ਜਿਹੜੀ ਹੈਗੀ ਆ ਉਹ ਮਦਦ ਦਿੰਦੇ ਆ। ਇਸ ਮੁੱਦੇ ਦੇ ਉੱਤੇ ਇੱਕ ਤਰ੍ਹਾਂ ਦਾ ਸਵਾਲ ਉਠਾਉਣਾ ਇਹ ਲੱਗਦਾ ਕਿ ਤੁਹਾਡੇ ਆਪਣੇ ਇੱਕ ਕੌਮ ਦੇ ਅਖਲਾਕ ਦੇ ਉੱਤੇ, ਕਿਰਦਾਰ ਦੇ ਉੱਤੇ, ਅਖਲਾਕ ਤੇ ਸਵਾਲ ਉਠਾਉਣ ਦਾ ਮਾਮਲਾ ਹੈ। ਦੇਖੋ, ਆਪਾਂ ਸਾਰੇ ਜਾਣਦੇ ਹਾਂ ਨਵਦੀਪ ਕਿ ਜਦੋਂ ਕਿਸਾਨੀ ਅੰਦੋਲਨ ਚੱਲਿਆ, ਕਿਸਾਨੀ ਅੰਦੋਲਨ ਦੇ ਚੱਲਦਿਆਂ ਵੀ ਵੱਖ-ਵੱਖ ਜਥੇਬੰਦੀਆਂ ਵੱਲੋਂ ਵੱਡੀ ਪੱਧਰ ਤੇ, ਚਾਹੇ ਉੱਥੇ ਬਾਬੇ ਹੋਣ, ਚਾਹੇ ਹੋਰ ਜਿਹੜੀਆਂ ਸਮਾਜਿਕ ਜਥੇਬੰਦੀਆਂ ਹੋਣ, ਖਾਲਸਾ ਏਡ ਵੀ ਉਹਦੇ ਵਿੱਚ ਇੱਕ ਹਿੱਸਾ ਸੀ। ਕਈ ਡਾਕਟਰ ਇਹੋ ਜਿਹੇ ਜਿਹੜੇ ਅਮਰੀਕਾ ਦੇ ਦੂਜੀਆਂ ਥਾਵਾਂ ਤੋਂ ਛੱਡ ਕੇ ਉੱਥੇ ਆ ਕੇ ਬੈਠ ਗਏ। ਸਾਡੇ ਆਪਣੇ ਹਿੰਦੁਸਤਾਨ ਦੇ ਡਾਕਟਰ ਵੀ, ਬਹੁਤ ਸਾਰੇ ਡਾਕਟਰ, ਮਤਲਬ ਕਿ ਇੱਕ ਇਹ ਸੀ ਕਿ ਵੀ ਉੱਥੇ ਕਿਸ ਕਦਰ ਇੱਕ ਕਿਸਾਨੀ ਅੰਦੋਲਨ ਚੱਲ ਰਿਹਾ, ਉਹਦੀ ਮਦਦ ਕਿਵੇਂ ਕੀਤੀ ਜਾਵੇ। ਉਸ ਵੇਲੇ ਵੀ ਨਵਦੀਪ ਇਹ ਸਵਾਲ ਉੱਠੇ ਕਿ ਜੀ ਮਦਦ ਕਿਵੇਂ ਆ ਰਹੀ ਹੈ, ਇਹਦੇ ਇਹਨੇ ਬਦਾਮ ਕਿੰਨੇ ਇਕੱਠੇ ਹੋ ਗਏ, ਇੱਥੇ ਜਲੇਬੀਆਂ ਬਣ ਰਹੀਆਂ, ਦੁੱਧ ਕਿੱਥੋਂ ਆ ਰਿਹਾ, ਘਿਓ ਦੇ ਪੀਪੇ ਕਿੱਥੋਂ ਆ ਰਹੇ ਆ। ਹੁਣ ਇਹ ਤਾਂ ਉਹ ਕੌਮ ਦੀ ਗੱਲ ਹੈ ਨਾ, ਜਿਹੜੀ ਕੌਮ ਨੂੰ, ਜਿਹੜੇ ਭਾਈਚਾਰੇ ਨੂੰ ਵਿਰਾਸਤ ਦੇ ਵਿੱਚ ਇੱਦਾਂ ਦੀ ਇੱਕ ਜਿਹਨੂੰ ਕਹਿੰਦੇ ਆਪਾਂ ਗੁੜਤੀ ਮਿਲੀ ਹੈ ਕਿ ਵੀ ਤੁਸੀਂ ਕਿਸ ਤਰ੍ਹਾਂ ਜਿਹੜਾ ਦੁਸ਼ਮਣ ਨੂੰ, ਜਿਹੜਾ ਉਹਨੂੰ ਵੀ, ਜਿਹੜਾ ਜਿੱਦਾਂ ਸਾਡੇ ਕੋਲ ਬਹੁਤ ਪਿਆਰੀਆਂ ਸਾਡੀ ਹਿਸਟਰੀ ਦੀਆਂ ਐਗਜ਼ਾਮਪਲ ਹੈਗੀਆਂ ਕਿ ਜੇ ਦੁਸ਼ਮਣਾਂ ਨਾਲ ਵੀ ਲੜਾਈ ਹੈ, ਜਿਵੇਂ ਪੁਰਾਣੇ ਸਮਿਆਂ 'ਚ ਉਹ ਵੀ ਜੇ ਕਿਤੇ ਫੱਟੜ ਹੋਏ ਪਏ ਤਾਂ ਉਹਨਾਂ ਦੇ ਮੂੰਹ 'ਚ ਵੀ ਪੰਜਾਬੀ ਸਿੱਖ ਭਾਈਚਾਰੇ ਵਾਲੇ ਜੇ ਆਪਣੇ ਫੌਜੀਆਂ ਨੂੰ ਪਾਣੀ ਪਿਆਉਂਦੇ ਸੀ ਤਾਂ ਉਹਨਾਂ ਦੇ ਮੂੰਹ 'ਚ ਵੀ ਪਾਣੀ ਦੇ ਤੁਪਕੇ ਪਾਉਂਦੇ ਸੀ ਕਿ ਬਈ ਨਹੀਂ, ਹੁਣ ਲੜਾਈ ਦੀ ਗੱਲ ਨਹੀਂ, ਇਹ ਜ਼ਖਮੀ ਹੋਇਆ ਪਿਆ। ਸੋ ਇਸ ਕਦਰ ਤੱਕ ਜਿਹੜੀ ਹੈਗੀ ਆ ਸਾਡੀ ਮਾਨਵਤਾ ਨਾਲ ਭਾਈਚਾਰਕ ਜਿਹੜੀ ਹੈਗੀ ਸਾਂਝ ਹੈਗੀ ਹੈ। ਇਸ ਮਾਮਲੇ ਦੇ ਜੋ ਖਾਲਸਾ ਏਡ ਦੀ ਆਪਾਂ ਗੱਲ ਕਰਦੇ ਹਾਂ ਤਾਂ ਖਾਲਸਾ ਏਡ ਦੇ ਬਾਰੇ 'ਚ ਜਿਸ ਤਰ੍ਹਾਂ ਦਾ NIA ਵੱਲੋਂ ਛਾਪੇਮਾਰੀ ਕੀਤੀ ਗਈ ਹੈ, ਖਾਸ ਤੌਰ 'ਤੇ ਆਪਾਂ ਪਟਿਆਲਾ ਦੀ ਜਦੋਂ ਗੱਲ ਕਰੀਏ ਤਾਂ ਉਹਨਾਂ ਦੇ ਜਿਹੜੇ ਅਹੁਦੇਦਾਰ ਹੈ ਉਹ ਸ਼ਾਇਦ ਅਜੇ ਸਵੇਰੇ ਆਪਣੇ ਘਰਾਂ 'ਚੋਂ ਸੁੱਤੇ ਪਏ ਉੱਠੇ ਹੀ ਨਹੀਂ ਹੋਣਗੇ, ਰਾਤੀ ਦੇਰ ਨਾਲ ਆਏ ਹੋਣਗੇ। ਕਿਸ ਤਰ੍ਹਾਂ ਦਗੜ ਕਰਦੇ ਜਿਹੜੇ ਕਿ ਪੁਲਿਸ ਅਧਿਕਾਰੀ, ਕੇਂਦਰ ਦੀਆਂ ਏਜੰਸੀਆਂ ਉੱਥੇ ਪਹੁੰਚ ਗਈਆਂ ਪੁੱਛ ਪੜਤਾਲ ਕਰਨ ਦੇ ਲਈ। ਲੰਬਾ ਕੁਝ ਖੰਗਾਲਿਆ ਗਿਆ ਔਰ ਪੁੱਛਿਆ ਗਿਆ, ਕਿਸ ਤਰ੍ਹਾਂ ਕੜੀਆਂ ਜੋੜਨ ਦੀ ਗੱਲ ਕੀਤੀ ਗਈ ਕਿ ਫਲਾਂ ਜਿਹੜਾ ਕੋਈ ਖਾੜਕੂ ਹੈ ਜਾਂ ਫਲਾਂ ਖਾਲਿਸਤਾਨੀ ਹੈ, ਤੁਹਾਡੇ ਉਹਦੇ ਨਾਲ ਕੋਈ ਸੰਬੰਧ ਤਾਂ ਨਹੀਂ। ਉਹਨਾਂ ਦੇ ਮੋਬਾਈਲ ਫੋਨ ਖੋਲ੍ਹੇ ਗਏ, ਉਹਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਕੁਝ ਹੈ ਤਾਂ ਨਹੀਂ। ਲੰਬੀ ਚੌੜੀ ਪੁੱਛ ਪੜਤਾਲ ਦੇ ਬਾਅਦ ਫਿਰ ਉਹਨਾਂ ਨੂੰ ਕਿਹਾ ਗਿਆ ਕਿ ਨਹੀਂ, ਤੁਸੀਂ ਉੱਥੇ ਆਓ। ਉੱਥੇ ਆ ਕੇ ਦੇਖੋ, ਜੇ ਕੋਈ ਚਾਹੇ ਮੈਂ ਕੋਈ ਵੀ ਹੈ, ਚਾਹੇ ਕੋਈ ਆਰਗੇਨਾਈਜੇਸ਼ਨ ਹੈ, ਅਗਰ ਕੋਈ ਗੈਰ ਕਾਨੂੰਨੀ ਸੰਵਿਧਾਨ ਤੋਂ ਬਾਹਰ ਜਾ ਕੇ ਗੱਲ ਕਰਦਾ ਹੈ ਤਾਂ ਉਹ ਕੋਈ ਗੱਲ ਲੁਕੀ ਛੁਪੀ ਨਹੀਂ ਰਹਿੰਦੀ, ਉਸ ਦੇ ਖਿਲਾਫ ਕਾਰਵਾਈਆਂ ਹੁੰਦੀਆਂ ਹੋਣਗੀਆਂ ਜੀ। ਪਰ ਜੇ ਮਾਨਵਤਾ ਦੀ ਸੇਵਾ ਕਰਨ ਵਾਲੇ ਲੋਕਾਂ ਦੇ ਵਿਰੁੱਧ ਵੀ ਔਰ ਤੁਹਾਡੇ ਕੋਲ ਸਾਹਮਣੇ ਗੱਲ ਕੋਈ ਨਾ ਹੋਵੇ, ਤੁਸੀਂ ਕਹੋ ਕਿ ਜੀ ਜਾ ਕੇ ਅਸੀਂ ਉਹਨਾਂ ਦੇ ਖੰਗਾਲਣੇ ਆ, ਦੇਖਣਾ, ਐਲੀਗੇਸ਼ਨਾਂ ਦੇ ਬੇਸ ਦੇ ਉੱਤੇ ਜਾ ਕੇ ਇੱਕ ਆਰਗੇਨਾਈਜੇਸ਼ਨ ਦੇ ਉੱਤੇ ਤੁਸੀਂ ਵੱਡਾ ਸਵਾਲੀਆ ਨਿਸ਼ਾਨ ਖੜਾ ਕਰਤਾ ਨਾ।
ਕੌਮਾਂਤਰੀ ਪੱਧਰ ਦੀ ਜਿਹੜੀ ਸੰਸਥਾ ਹੈਗੀ ਹੈ ਉਹਦੇ ਬਾਰੇ ਇੱਕ ਵੱਡਾ ਸਵਾਲੀਆ ਨਿਸ਼ਾਨ ਕਿ ਵੀ ਪਤਾ ਨਹੀਂ ਇਹ ਤਾਂ ਕੋਈ ਇਸ ਤਰ੍ਹਾਂ ਗੈਰ ਕਾਨੂੰਨੀ ਕਾਰੋਬਾਰ ਕਰਦੇ ਆ ਇਹ ਖਾਲਸਾ ਏਡ ਦੇ ਨਾਂ 'ਤੇ ਸਹਾਇਤਾ ਦੇ ਨਾਂ 'ਤੇ। ਸੋ ਇਕੱਲਾ ਇਹ ਨਹੀਂ ਹੈਗਾ ਕਿ ਵੀ ਵੱਖ-ਵੱਖ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ। ਦੇਖੋ ਸਿੱਖ ਧਰਮ 'ਚ ਆਪਾਂ ਗੱਲ ਕਰਦੇ ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਰਵਉੱਚ ਇੱਕ ਸਥਾਨ ਹੈਗਾ, ਉਹਨਾਂ ਦਾ ਇੱਕ ਆਪਣੀ ਮਰਿਆਦਾ ਹੈ, ਰੁਤਬਾ ਉਹਨਾਂ ਦਾ। ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਵੀ ਜੋ ਇਹ ਕਾਰਵਾਈ ਕੀਤੀ ਗਈ ਹੈ, ਛਾਪੇਮਾਰ ਕੀਤੀ ਗਈ ਹੈ, ਇਹ ਬਹੁਤ ਹੀ ਨਿੰਦਣ ਵਾਲੀ ਕਾਰਵਾਈ ਹੈ ਔਰ ਉਹਨਾਂ ਲੋਕਾਂ ਤੇ ਕੀਤੀ ਜਾ ਰਹੀ ਹੈ ਜਿਹੜੇ ਮਾਨਵਤਾ ਦੇ ਭਲੇ ਲਈ ਜਿੱਥੇ ਵੀ ਕਿਤੇ ਮੁਸੀਬਤਾਂ, ਜਿੱਦਾਂ ਆਪਾਂ ਜ਼ਿਕਰ ਕਰਦੇ ਹਾਂ ਹੜ੍ਹਾਂ ਦੀ ਗੱਲ ਕਰ ਲਈਏ, ਹੋਰ ਮੁਸ਼ਕਲਾਂ ਦੀ ਗੱਲ ਕਰ ਲਈਏ, ਉੱਥੇ ਜਾ ਕੇ ਮਦਦ ਕਰਦੇ ਆ। ਆਖਰ ਤੁਸੀਂ ਉਹਨਾਂ ਲੋਕਾਂ ਤੇ ਵੀ ਸ਼ੱਕ ਕਰਦੇ ਹੋ ਜਿਹੜੇ ਮਾਨਵਤਾ ਦੀ ਖਾਤਰ ਇੰਨਾ ਕੁਝ ਕਰਦੇ ਆ। ਜਥੇਦਾਰ ਸਾਹਿਬ ਦੀ ਗੱਲ ਕਰ ਲਓ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਆ, ਉਹਨਾਂ ਦੇ ਆਪਸੀ ਸਿੱਖ ਜਥੇਬੰਦੀਆਂ ਦੇ ਕਈ ਮਤਭੇਦ ਹੋ ਸਕਦੇ ਆ। ਇਸ ਗੱਲ ਨਾਲ ਆਪਣਾ ਇਸ ਗੱਲ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇੱਕ ਨੁਮਾਇੰਦਾ ਜਥੇਬੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਸਰ ਅਸੀਂ ਉਹਨੂੰ ਬੀਇੰਗ ਜਰਨਲਿਸਟ ਇਹ ਵੀ ਗੱਲ ਕਹਿ ਦਿੰਦੇ ਹਾਂ ਕਿ ਜੀ ਇਹ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ, ਇਲੈਕਸ਼ਨ ਤੋਂ ਬਾਅਦ ਚੁਣ ਕੇ ਆਉਂਦੇ ਆ ਜੀ। ਔਰ ਉਸ ਦੇ ਪ੍ਰਧਾਨ ਵੱਲੋਂ ਹਰਜਿੰਦਰ ਸਿੰਘ ਧਾਮੀ ਜਿਹੜੇ ਐਡਵੋਕੇਟ ਨੇ, ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਕਿਹਾ ਵੀ ਇਹ ਕੀ ਕੀਤਾ ਜਾ ਰਿਹਾ। ਸਿੱਧੇ ਤੌਰ ਤੇ ਤੁਸੀਂ ਇਸ ਤਰ੍ਹਾਂ ਜਿਹੜਾ ਇੱਕ ਅਖਲਾਕ ਜਿਹੜਾ ਕਿਰਦਾਰ ਹੈ ਉਸ ਦੇ ਉੱਤੇ ਸ਼ੱਕ ਖੜੇ ਕਰ ਰਹੇ ਹੋ ਔਰ ਜਾਣ ਬੁੱਝ ਕੇ ਇੱਕ ਤਰ੍ਹਾਂ ਦਾ ਭੁਲੇਖਾ ਕਹਿ ਲਓ ਜਾਂ ਇਸ ਤਰੀਕੇ ਨਾਲ ਇੱਕ ਮੈਸੇਜ ਆਉਂਦਾ ਹੈ। ਦੇਖੋ ਨਫ਼ਰਤ ਦੀ ਜਦੋਂ ਗੱਲ ਹੁੰਦੀ ਹੈ ਨਾ ਨਵਦੀਪ, ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ਤੇ ਇੱਕ ਵੱਡਾ ਨੋਟਿਸ ਲਿਆ ਕਿ ਵੀ ਨਫ਼ਰਤ ਦੀਆਂ ਗੱਲਾਂ, ਨਫ਼ਰਤ ਦੇ ਭਾਸ਼ਣ ਨਹੀਂ ਹੋਣੇ ਚਾਹੀਦੇ। ਮੈਂ ਕਹਿੰਦਾ ਕਿ ਨਫ਼ਰਤ ਦੇ ਭਾਸ਼ਣ ਤਾਂ ਨਹੀਂ ਹੋਣੇ ਚਾਹੀਦੇ, ਪਰ ਨਫ਼ਰਤ ਨਾਲ ਜੁੜੀਆਂ ਸਰਗਰਮੀਆਂ ਵੀ ਨਹੀਂ ਹੋਣੀਆਂ ਚਾਹੀਦੀਆਂ। ਇਹ ਨਹੀਂ ਹੈ ਗੱਲ ਕਿ ਅਸੀਂ ਭਾਸ਼ਣ ਦਿੰਦੇ ਹਾਂ ਆਪਣੇ ਮੂੰਹ ਚੋਂ ਕਿਹੋ ਜਿਹੇ ਲਫ਼ਾਜ਼ ਕੱਢਦੇ ਹਾਂ ਜਿਹੜੇ ਨਫ਼ਰਤ ਪੈਦਾ ਕਰਦੇ ਆ। ਜੇ ਮੇਰਾ ਐਕਸ਼ਨ ਜਾਂ ਕਿਸੇ ਆਰਗੇਨਾਈਜੇਸ਼ਨ ਦਾ ਐਕਸ਼ਨ, ਚਾਹੇ ਸਰਕਾਰ ਹੈ ਚਾਹੇ ਗੈਰ ਸਰਕਾਰ ਹੈ, ਉਹਦੇ ਨਾਲ ਨਫ਼ਰਤ ਫੈਲੇਗੀ ਤਾਂ ਉਹਨੂੰ ਵੀ ਰੋਕਣ ਦੀ ਲੋੜ ਹੈ ਨਾ। ਕਿਉਂਕਿ ਕਹਿਣਾ ਕਿਸ ਤੇ ਐਲੀਗੇਸ਼ਨ ਸਾਡੇ ਸਿਸਟਮ 'ਚ ਕੀ ਹੈ ਨਵਦੀਪ ਕਿ ਕਿਸੇ ਨੂੰ ਬਦਨਾਮ ਕਰਨਾ, ਐਲੀਗੇਸ਼ਨ ਲਾਉਣੇ ਬਹੁਤ ਸੌਖੇ ਹੈ। ਜਿਹਦੇ ਤੇ ਐਲੀਗੇਸ਼ਨ ਲੱਗ ਜਾਂਦੇ ਫਿਰ ਉਹ ਸਾਬਤ ਕਰਦਾ ਫਿਰਦਾ ਕਿ ਮੈਂ ਐਸਾ ਨਹੀਂ ਹੈ, ਐਸਾ ਹੈ। ਸੋ ਇਸ ਲਿਹਾਜ਼ ਦੇ ਨਾਲ ਜੋ ਇਹ ਕਾਰਵਾਈ ਕੀਤੀ ਗਈ ਹੈ, ਇੱਕ ਤਰ੍ਹਾਂ ਦਾ ਨਫ਼ਰਤ ਦੇ ਅੰਸ਼ ਵੀ ਬੀਜਦੀ ਹੈ। ਸਾਡਾ ਦੇਸ਼ ਪਹਿਲਾਂ ਹੀ ਬੜਾ ਇਹਨਾਂ ਮਾਮਲਿਆਂ 'ਚ ਬੜਾ ਭੁਗਤ ਰਿਹਾ, ਬੜਾ ਸੰਤਾਪ। ਆਪਾਂ ਖਾਸ ਤੌਰ ਤੇ ਪੰਜਾਬੀਆਂ ਨਾਲੋਂ, ਸਿੱਖ ਭਾਈਚਾਰਿਆਂ ਨਾਲੋਂ ਵੱਧ ਕਿਹਨੇ ਸੰਤਾਪ ਭੋਗਿਆ ਹੋਵੇਗਾ ਨਫ਼ਰਤ ਦੀ ਅੱਗ 'ਚ ਜਿੰਨਾ ਅਸੀਂ ਝੁਲਸੇ ਹਾਂ, ਜਿੰਨਾ ਪੰਜਾਬੀਆਂ ਦੇ ਸਿੱਖ ਭਾਈਚਾਰੇ ਦੇ ਗਲਾਂ 'ਚ ਟਾਇਰ ਪਏ ਆ, ਜਿੰਨਾ ਉਹਨਾਂ ਦੀ ਤਬਾਹੀ ਹੋਈ ਹੈ, ਜਿਸ ਕਦਰ ਜਿਹੜੀ ਹੈਗੀ ਹੈ ਉਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਜਦੋਂ ਅਸੀਂ ਦੇਖਦੇ ਹਾਂ ਤਾਂ ਸਾਨੂੰ ਤਾਂ ਰੂਹ ਕੰਬਦੀ ਹੈ ਸਾਡੀ ਤਾਂ ਇਹਨਾਂ ਮਾਮਲਿਆਂ ਨੂੰ ਦੇਖ ਕੇ ਕਿ ਕਿਉਂ ਨਫ਼ਰਤ ਦੀ ਕੋਈ ਗੱਲ ਕਰਦਾ ਹੈ। ਸੋ ਇਸ ਕਰਕੇ ਜਿਹੜੀ ਆਰਗੇਨਾਈਜੇਸ਼ਨ ਮਾਨਵਤਾ ਦੇ ਭਲੇ ਦੀ ਗੱਲ ਕਰਦੀ ਹੋਏ ਉਹਨੂੰ ਇਸ ਤਰ੍ਹਾਂ ਦੀ ਛਾਪੇਮਾਰੀ ਕਰਨੀ, ਇਕੱਲਾ ਇਹ ਨਹੀਂ ਕਿ SGPC ਅਕਾਲ ਤਖ਼ਤ ਦੇ ਜਥੇਦਾਰ, ਜੇ ਆਪਾਂ ਗੱਲ ਕਰੀਏ ਪੰਜਾਬ ਦੀ, ਹੁਣ ਜਿਹੜੇ ਨਵੇਂ ਬਣੇ ਪ੍ਰਧਾਨ ਹੈਗੇ ਆ ਭਾਜਪਾ ਦੀ ਆਪਾਂ ਗੱਲ ਕਰ ਲਈਏ, ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਕਾਂਗਰਸ 'ਚੋਂ ਗਏ ਆ ਪਰ ਹੁਣ ਭਾਜਪਾ ਦੇ ਪ੍ਰਧਾਨ ਹੈਗੇ ਆ, ਤਾਂ ਉਹਨਾਂ ਨੇ ਵੀ ਜਿਹੜੇ ਦੇਖੋ ਸਿੱਧੇ ਤੌਰ ਤੇ ਮੀਡੀਆ ਰਾਹੀਂ ਜਿਹੜੀ ਜਾਣਕਾਰੀ ਆਈ ਹੈ, ਉਹਨਾਂ ਨੇ ਜਾ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਹ ਗੱਲ ਕਹੀ ਆ ਵੀ ਇਹ ਕੀ ਹੋ ਰਿਹਾ, ਰੁਕੋ ਇਸ ਗੱਲ ਨੂੰ, ਇਹ ਨਹੀਂ ਹੋਣਾ ਚਾਹੀਦਾ, ਇਹਦੇ ਨਾਲ ਗਲਤ ਸੁਨੇਹਾ ਜਾਂਦਾ ਹੈ। ਜਦੋਂ ਇਹ ਜਿਹੇ ਸੁਨੇਹੇ ਜਾਂਦੇ ਆ ਤਾਂ ਫਿਰ ਕੱਲਾ ਉਹਨਾਂ ਆਰਗੇਨਾਈਜੇਸ਼ਨਾਂ ਨੂੰ ਤਾਂ ਠੇਸ ਲੱਗਦੀ ਜਿਨ੍ਹਾਂ ਬਾਰੇ ਤੁਸੀਂ ਗੱਲ ਕਰਦੇ ਹੋ। ਜਿਹੜੀ ਪਾਰਟੀ ਕਰਵਾਉਂਦੀ ਹੈ, ਹਾਕਮਦਰ ਬੈਠੀ ਆ, ਉਹਨੂੰ ਵੀ ਠੇਸ ਲੱਗਦੀ ਹੈ। ਜੇ ਤੁਸੀਂ ਪੰਜਾਬ 'ਚ ਲੋਕਾਂ ਦੇ ਮਨ ਜਿੱਤਣੇ ਆ ਤਾਂ ਫਿਰ ਛਾਪੇਮਾਰੀ ਨਾਲ ਨਹੀਂ ਜਿੱਤੇ ਜਾ ਸਕਦੇ। ਪੰਜਾਬੀਆਂ ਦਾ ਭਰੋਸਾ ਜਿੱਤੋਗੇ ਤਾਂ ਹੀ ਭਾਜਪਾ ਪੰਜਾਬ 'ਚ ਅੱਗੇ ਵੱਧ ਸਕਦੀ ਹੈ। ਛਾਪੇਮਾਰੀ ਪੰਜਾਬੀਆਂ ਬਾਰੇ ਤਾਂ ਇੱਕ ਜਿਹੜੀ ਬਹੁਤ ਇੱਕ ਆਮ ਕਹਾਵਤ ਹੈਗੀ ਹੈ ਕਿ ਪੰਜਾਬੀ ਪਿਆਰ ਨਾਲ ਤਾਂ ਜੋ ਮਰਜ਼ੀ ਕਰਵਾ ਲਓ ਮੰਨ ਜਾਂਦੇ, ਜੇ ਕਹੋ ਕਿ ਵੀ ਇਹਨਾਂ ਧਮਕੀ ਦਿਆਂਗੇ ਡਾਂਗ, ਜੇ ਇੱਕ ਡਾਂਗ ਚੁੱਕਦੇ ਤਾਂ ਮੂਹਰੋਂ ਦੋ ਡਾਂਗਾਂ ਚੁੱਕਦੇ ਆ। ਸੋ ਡਰਾ ਧਮਕਾ ਕੇ ਨਹੀਂ, ਐਦਾਂ ਨਹੀਂ ਕਿ ਇਹਨਾਂ ਤੇ ਐਲੀਗੇਸ਼ਨ ਲਾ ਕੇ ਪੰਜਾਬੀਆਂ ਦੇ ਮਨ ਜਿੱਤਣ ਦੀ ਲੋੜ ਹੈ। ਬਾਕੀ ਜਿੱਥੋਂ ਤੱਕ ਸੰਵਿਧਾਨ ਦੀ ਗੱਲ ਆ, ਉਹ ਕਹਿੰਦੇ ਪੰਜਾਬੀਆਂ ਨਾਲੋਂ ਵੱਧ ਸੰਵਿਧਾਨ ਬਾਰੇ ਕਿਹੜਾ ਜਾਣਦਾ। ਜਿਹੜੀ ਕੌਮ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਇਸ ਦੇਸ਼ ਦੇ ਲਈ, ਜੋ ਦੇਸ਼ ਦੀ ਆਪਾਂ ਆਜ਼ਾਦੀ ਦੀ ਗੱਲ ਕਰਦੇ ਹਾਂ, ਉਹ ਆਜ਼ਾਦੀ ਦੇ ਲਈ ਹਜ਼ਾਰਾਂ ਜਿਹੜੇ ਸਿੱਖ ਪੰਜਾਬੀ ਜਿਹੜੇ ਹੈਗੇ ਆ ਉਹ ਨੀਹਾਂ 'ਚ ਚੁਣੇ ਗਏ ਉਸ ਆਜ਼ਾਦੀ ਦੇ ਖਾਤਰ ਜਿਹੜੇ ਹੈਗਾ। ਉਹਨਾਂ ਨੂੰ ਸਬਕ ਸਿਖਾਉਣ ਦੀ ਲੋੜ ਨਹੀਂ, ਉਹ ਜਾਣਦੇ ਆ
ਆਜ਼ਾਦੀ ਕਿਸ ਕਦਰ ਹਾਸਲ ਕੀਤੀ ਗਈ ਹੈ, ਪਰ ਉਹਨਾਂ ਤੇ ਸਵਾਲੀਆ ਨਿਸ਼ਾਨ ਨਾ ਖੜਾ ਕਰੋ ਜੀ ਜਿਨ੍ਹਾਂ ਨੇ ਆਪਣੀ ਹੂਤੀ ਦਿੱਤੀ ਹੈ ਇਸ ਦੇਸ਼ ਲਈ ਤੇ ਇਸ ਆਜ਼ਾਦੀ ਦੇ ਲਈ। ਜੀ ਜੀ ਬਿਲਕੁਲ। ਤਾਂ ਸਿੱਧੂ ਸਾਹਿਬ, ਜਿਸ ਹਿਸਾਬ ਦੀਆਂ ਗੱਲਾਂ ਚੱਲ ਰਹੀਆਂ ਨੇ ਤਾਂ ਆਪਾਂ ਕਿਸਾਨੀ ਸੰਘਰਸ਼ ਦੇ ਦੌਰਾਨ ਵੀ ਦੇਖਿਆ ਕਿ ਕਿਸ ਹਿਸਾਬ ਦੇ ਐਲੀਗੇਸ਼ਨ ਸੀਗੇ ਜਿਹੜੇ ਲੱਗੇ ਸੀਗੇ, ਖਾਸ ਕਰਕੇ ਪੰਜਾਬ ਨੂੰ ਲੈ ਕੇ, ਸਿੱਖ ਕਮਿਊਨਿਟੀ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਕਿ ਇਹਨਾਂ ਨੂੰ ਤਾਂ ਜੀ ਬਾਹਰੋਂ ਫੰਡ ਆ ਰਿਹਾ ਹੈ, ਤਾਂ ਅੱਤਵਾਦੀ ਲੋਕ ਨੇ, ਤਾਂ ਵੱਖਵਾਦੀ ਲੋਕ ਨੇ, ਪਤਾ ਨਹੀਂ ਕਿਹੜੀਆਂ ਗੱਲਾਂ ਸੀ ਕੀਤੀਆਂ ਗਈਆਂ। ਉਵੇਂ ਹੀ ਪੰਜਾਬ ਦੇ ਵਿੱਚ ਕਈ ਚੈਨਲ ਨੇ ਜਿਹੜੇ ਉਹ ਬੰਦ ਕਰਵਾ ਦਿੱਤੇ ਗਏ, ਕਈ ਚੈਨਲ ਤਾਂ ਹਾਲੇ ਤੱਕ ਵੀ ਨਹੀਂ ਚੱਲੇ। ਬਹੁਤ ਸਾਰੇ ਲੋਕ ਜਿਹੜੇ ਉਹਨਾਂ ਚੈਨਲਸ ਨਾਲ ਜੁੜੇ ਹੋਏ ਸੀ ਅੱਜ ਵੀ ਬੇਰੁਜ਼ਗਾਰ ਇੱਧਰ ਉੱਧਰ ਘੁੰਮ ਰਹੇ ਨੇ, ਉਹਨਾਂ ਕੋਲੇ ਕੋਈ ਕੰਮ ਕਾਰ ਨਹੀਂ ਹੈ। ਜੋ ਵੀ ਕਿਸੇ ਗਲਤ ਚੀਜ਼ ਦੇ ਖਿਲਾਫ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਉਸ ਤੇ ਕੋਈ ਨਾ ਕੋਈ ਕੇਸ ਠੋਕ ਦਿੱਤਾ ਜਾਂਦਾ ਹੈ। ਤਾਂ ਇਹ ਸਭ ਚੀਜ਼ਾਂ ਹੋਣ ਦੇ ਬਾਵਜੂਦ ਹੈ ਨਾ, ਹੋਰ ਤਾਂ ਹੋਰ ਕਿ ਪੱਤਰਕਾਰਾਂ ਨੂੰ ਤਾਂ ਮਰਵਾ ਤੱਕ ਦਿੱਤਾ ਜਾਂਦਾ ਹੈ, ਕੋਈ ਗੋਲੀ ਦਾ ਸ਼ਿਕਾਰ ਬਣਾਤਾ, ਕਿਸੇ ਨਾ ਕਿਸੇ ਹਿਸਾਬ ਦਾ ਕੋਈ ਅਟੈਕ ਕਰਵਾ ਦਿੱਤਾ, ਜਾਂ ਫਿਰ ਕਿਸੇ ਤੇ ਕੋਈ ਕੇਸ ਪਵਾ ਕੇ ਉਸਨੂੰ ਜੇਲ੍ਹ ਦੇ ਵਿੱਚ ਸੁੱਟਵਾ ਦਿੱਤਾ। ਤੇ ਹੁਣ ਐਡੀ ਵੱਡੀ ਸੰਸਥਾ ਜਿਸ ਦਾ ਦੁਨੀਆ ਦੇ ਵਿੱਚ ਇੱਕ ਨਾਮ ਹੈ, ਉਸ ਤੇ ਇਸ ਤਰੀਕੇ ਦੇ ਨਾਲ ਸੱਟ ਮਾਰਨਾ ਕਿੰਨਾ ਕੁ ਵਾਜਿਬ? ਨਦੀਪ ਦੇਖੋ, ਜਦੋਂ ਆਪਾਂ ਆਰਗੇਨਾਈਜੇਸ਼ਨ ਦੀ ਗੱਲ ਕਰਦੇ, ਇੱਕ ਨਾ ਅਪਰੋਚ ਹੁੰਦੀ ਹੈ, ਕੋਈ ਮੈਸੇਜ ਜਿਹੜਾ ਕਿਉਂ ਜਾਂਦਾ, ਕੋਈ ਮੈਸੇਜ ਜਿਹੜਾ ਸੁਨੇਹਾ ਕਿਸੇ ਇੱਕ ਘਟਨਾ ਨਾਲ ਨਹੀਂ ਜਾਂਦਾ। ਜਦੋਂ ਇਹੋ ਜਿਹੀਆਂ ਘਟਨਾ ਲਗਾਤਾਰ ਵਾਪਰਦੀਆਂ ਹੈ ਤਾਂ ਸੁਨੇਹਾ ਜਾਂਦਾ ਕਿ ਤੁਸੀਂ ਜਿੱਦਾਂ ਮੈਂ ਗੱਲ ਕੀਤੀ ਹੈ ਕਿ ਨਫ਼ਰਤ ਕੌਣ ਪੈਦਾ ਕਰ ਰਿਹਾ। ਹੁਣ ਬਰਤਾਨੀਆ ਦੇ ਪਾਰਲੀਮੈਂਟ ਮੈਂਬਰ ਹੈ ਤਨਮਨਜੀਤ ਸਿੰਘ ਢੇਸੀ, ਉਹ ਆਏ ਬਰਤਾਨੀਆ ਤੋਂ ਆਏ, ਇੱਕ ਪਾਰਲੀਮੈਂਟ ਮੈਂਬਰ ਹੈ। ਬਰਤਾਨੀਆ ਦੇ ਔਰ ਇੰਡੀਆ ਦੇ ਸਾਡੇ ਚੰਗੇ ਦੋਨਾਂ ਮੁਲਕਾਂ ਦੇ ਸਬੰਧ ਹੈਗੇ ਹੈ। ਢੇਸੀ ਦੀ ਜਿਸ ਤਰ੍ਹਾਂ ਅੰਮ੍ਰਿਤਸਰ ਦੇ 에ਅਰਪੋਰਟ ਤੇ ਖੱਜਲ ਖੁਆਰੀ ਕੀਤੀ ਗਈ ਜੀ, ਉਹਨਾਂ ਨੂੰ ਰੋਕਿਆ ਗਿਆ, ਕੋਈ ਗੱਲ ਥੋੜੀ ਹੈ। ਉਹਦੇ ਨਾਲ ਇੱਕ ਪਾਰਲੀਮੈਂਟ ਮੈਂਬਰ ਨਾਲ ਜੇ ਸਾਡੇ ਇੱਦਾਂ ਹੀ ਮੁਲਕ ਦਾ ਕੋਈ MP ਜਾਂ ਕੋਈ ਮਿਨਿਸਟਰ ਜਾ ਕੇ ਦੂਜੇ ਮੁਲਕ 'ਚ ਇਸ ਤਰ੍ਹਾਂ ਦੀ ਗੱਲ ਹੋਏਗੀ ਤਾਂ ਕੌਣ ਬਰਦਾਸ਼ਤ ਕਰੇਗਾ? ਵੱਡਾ ਸਵਾਲ ਉੱਠੇਗਾ ਵੀ ਕਿਉਂ ਕੀਤਾ ਜਾ ਰਿਹਾ। ਹੁਣ ਜੋ ਢੇਸੀ ਨਾਲ ਇਹਨਾਂ ਨੇ ਉੱਥੇ ਕੀਤਾ, ਢੇਸੀ ਨੇ ਉਹਨਾਂ ਨੇ ਜਵਾਬ ਦੇ ਵਿੱਚ ਉਹਨਾਂ ਨੇ ਮੀਡੀਆ ਨਾਲ ਬਾਅਦ 'ਚ ਮੁਖਾਤਬ ਵੀ ਹੋਇਆ, ਗੱਲ ਕੀਤੀ, ਕਹਿੰਦੇ ਵੀ ਮੈਂ ਤਾਂ ਉਹ ਇੱਕ ਵਿਅਕਤੀ ਹਾਂ ਜਾਂ ਉਹ ਪਾਰਲੀਮੈਂਟ ਮੈਂਬਰ ਹਾਂ ਬਰਤਾਨੀਆ ਦਾ, ਜਿਹੜਾ ਮੈਂ ਹਮੇਸ਼ਾ ਇਸ ਲਈ ਯਤਨਸ਼ੀਲ ਰਹਿਣਾ ਹੈ ਕਿ ਬਰਤਾਨੀਆ ਦੇ ਤੇ ਭਾਰਤ ਦੇ ਸੰਬੰਧ ਆਪਸ ਵਿੱਚ ਚੰਗੇ ਰਹਿਣੇ ਚਾਹੀਦੇ ਆ। ਪਰ ਇਹ ਗੱਲ ਜ਼ਰੂਰ ਹੈ ਕਿ ਮੈਂ ਕਿਸਾਨੀ ਅੰਦੋਲਨ ਦੇ ਹੱਕ 'ਚ ਆਵਾਜ਼ ਉਠਾਉਂਦਾ ਰਿਹਾ, ਮੈਂ ਜਦੋਂ ਸਿੱਖਾਂ ਨਾਲ ਜ਼ਿਆਦਤੀਆਂ ਹੁੰਦੀਆਂ ਸਿੱਖ ਮੁੱਦਿਆਂ ਤੇ ਆਵਾਜ਼ ਉਠਾਉਂਦਾ ਰਿਹਾ, ਤਾਂ ਉਹ ਕਹਿੰਦੇ ਲੱਗਦਾ ਇਹ ਹੈ ਕਿ ਮੈਨੂੰ ਸ਼ਾਇਦ ਇਸ ਗੱਲ ਦੀ ਸਜ਼ਾ ਦਿੱਤੀ ਗਈ ਹੈ ਉੱਥੇ ਜਿਹੜੀ ਖੱਜਲ ਖੁਆਰੀ ਹੋਈ ਹੈ ਕਿ ਮੈਂ ਕਿਸਾਨੀ ਅੰਦੋਲਨ ਦੇ ਹੱਕ 'ਚ ਆਵਾਜ਼ ਉਠਾਈ ਹੈ, ਮੈਂ ਸਿੱਖ ਮਾਮਲਿਆਂ ਦੇ ਹੱਕ 'ਚ ਆਵਾਜ਼ ਉਠਾਈ ਹੈ। ਸੋ ਗੱਲ ਕਲੀ ਖਾਲਸਾ ਏਡ ਦੀ ਇੱਕ ਨਾ ਲੜੀ ਬਣ ਜਾਂਦੀ ਹੈ ਜਿਹੜੀ ਨਵਦੀਪ, ਜਦੋਂ ਇਹ ਗੱਲ ਚੱਲਦੀ ਹੈ ਤਾਂ ਉਹਦੇ ਨਾਲ ਤੁਸੀਂ ਫਿਰ ਕਿਉਂ ਇਦਾਂ ਦਾ ਮਾਹੌਲ ਬਣਦਾ। ਹੁਣ ਉਸ ਵੇਲੇ ਜਦੋਂ ਇੱਕ ਪਾਸੇ ਖਾਲਸਾ ਏਡ ਦੀ ਗੱਲ ਦੇਖੋ ਕਿਦਾਂ ਗੱਲਾਂ ਜੁੜਦੀਆਂ, ਦੂਜੇ ਪਾਸੇ ਢੇਸੀ ਦੀ ਗੱਲ, ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਹੁਣ ਜਿਹੜਾ ਸਿੱਖ ਭਾਈਚਾਰਾ ਉਹ ਇਹ ਆਵਾਜ਼ ਉਠਾਉਂਦਾ ਕਿ ਵੀ ਜਦੋਂ ਬਾਕੀ ਨਿਆਂ ਤੇ ਇਨਸਾਫ ਦੀ ਗੱਲ ਕਰਦੇ ਆ ਤਾਂ ਹੁਣ ਜਿਹੜਾ 1984 ਦੇ ਕਤਲੇਆਮ ਦਾ ਦੋਸ਼ੀ ਜਿਹੜਾ ਜਗਦੀਸ਼ ਟਾਈਟਲਰ, ਉਹਨੂੰ ਪਿਛਲੇ ਦਿਨਾਂ 'ਚ ਅਦਾਲਤ ਵੱਲੋਂ ਜੋ ਜ਼ਮਾਨਤ ਮਿਲੀ ਹੈ, ਕਿਤੇ ਤਾਂ ਇਹ ਉਮੀਦ ਸੀ ਕਿ ਜ਼ਮਾਨਤ ਨਹੀਂ ਮਿਲੇਗੀ। ਹੁਣ ਅਦਾਲਤਾਂ ਨੇ ਤਾਂ ਜੋ ਪੱਖ ਉਹਨਾਂ ਦੇ ਸਾਹਮਣੇ ਰੱਖੇ ਜਾਂਦੇ ਹੈ, ਜੋ ਹੇਠਾਂ ਪ੍ਰਸ਼ਾਸਨ ਹੈ, ਚਾਹੇ ਪੁਲਿਸ ਹੈ, ਅਧਿਕਾਰੀ ਹੈ, ਜੋ ਕੇਸ ਜਿਸ ਤਰ੍ਹਾਂ ਪੁੱਟ ਕਰਦੇ ਆ, ਸਾਲੋਂ ਸਾਲ ਦਹਾਕੇ ਨਿਕਲ ਜਾਂਦੇ, ਦਹਾਕਿਆਂ ਬਾਅਦ ਤਾਂ ਅੱਧੇ ਪਿੱਛੇ ਗਵਾਹ ਹੀ ਨਹੀਂ ਰਹੇ ਹੋਣਗੇ ਜਾਂ ਸਬੂਤ ਹੀ ਨਹੀਂ ਰਹੇ ਹੋਣਗੇ, ਤੇ ਹੁਣ ਉਹਨੂੰ ਜ਼ਮਾਨਤ ਮਿਲ ਗਈ ਹੈ। ਯਾਨੀ ਇੱਕ ਪਾਸੇ ਤਾਂ ਦੇਖੋ ਨਾ, ਇੱਕ ਕੌਮ ਜਿਹੜੀ ਹੈਗੀ ਆ ਉਹ ਸਪੀਡ ਨਾਲ ਕੁਹਰਾ ਰਹੀ ਹੈ, ਦਰਦ ਹੈ ਐਡਾ ਵੱਡਾ। ਹਾਲਾਂਕਿ ਵੱਖਰੀ ਗੱਲ ਹੈ ਕਿ ਇਹ ਨਹੀਂ ਆਪਾਂ ਕਹਿੰਦੇ ਕਿ ਚਲੋ ਮਾਮਲਾ ਖਤਮ ਹੋ ਗਿਆ, ਹੁਣ ਅਗਸਤ ਦੇ ਮਹੀਨੇ 'ਚ ਉਹਦੀ ਫੇਰ ਵੀ ਤਰੀਕ ਹੈਗੀ ਹੈ, ਅੱਗੇ ਸੁਣਵਾਈ ਹੋਏਗੀ ਜੋ ਮਾਮਲਾ ਹੋਏਗਾ। ਪਰ ਇਹੋ ਜਿਹੇ ਵਿਅਕਤੀ ਨੂੰ ਜ਼ਮਾਨਤ ਮਿਲਣਾ ਜਿਹੜਾ ਹੈਗਾ, ਉਹ ਜਿਹੜੀਆਂ ਬੀਬੀਆਂ, ਜਿਹੜੇ ਪਰਿਵਾਰ ਜਿਹੜੇ ਹੈਗੇ ਪੀੜਤ ਹੈ, ਉਹ ਕਚਹਿਰੀਆਂ ਦੇ ਬਾਹਰ ਜਾ ਕੇ ਰੋਂਦੇ ਵੀ ਦਿਖਾਈ ਦਿੱਤੇ ਆ ਕਿ ਵੀ ਇਹਨੂੰ ਜ਼ਮਾਨਤ ਨਾ ਦਿਓ, ਇੱਕ ਵੱਡੀ ਆਵਾਜ਼। ਪਰ ਅਦਾਲਤ ਨੇ ਤਾਂ ਸਬੂਤਾਂ ਦੇ ਲਿਹਾਜ਼ ਨਾਲ ਗੱਲ ਕਰਨੀ ਹੈ। ਸ਼ਾਇਦ ਉੱਥੇ ਜਿਹੜੀ ਪੁਲਿਸ ਹੈ, ਉਹ ਟੀਮਾਂ ਜਿਹੜੀਆਂ ਹੈਗੀਆਂ ਜਿਨ੍ਹਾਂ ਨੇ ਕੇਸ ਤਿਆਰ ਕੀਤੇ ਹੋਣਗੇ, ਉਹਦੇ 'ਚ ਕੀ ਕਮੀ ਪੇਸ਼ੀ ਰਹੀ ਹੋਏਗੀ, ਇੱਕ ਬਹਿਸ ਦਾ ਮੁੱਦਾ ਹੈ। ਪਰ ਇੱਕ ਪਾਸੇ ਤਾਂ ਉਹ ਮਾਹੌਲ, ਦੂਜੇ ਪਾਸੇ ਆਪਾਂ ਢੇਸੀ ਦੀ ਗੱਲ ਕਰਦੇ ਹਾਂ, ਅਗਲੇ ਪਾਸੇ ਖਾਲਸਾ ਏਡ ਦੀ ਗੱਲ ਕਰਦੇ ਹਾਂ। ਇਸੇ ਤਰੀਕੇ ਨਾਲ ਹੀ ਜੁੜੀ ਵੀ ਇੱਕ ਹੋਰ ਕੜੀ, ਆਖਰ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਨਵਦੀਪ ਜਿਹੜੀਆਂ ਫਿਰ ਕਿਉਂ ਮਾਹੌਲ ਬਣਦਾ ਜੀ। ਹੁਣ ਡੇਰਾ ਸਿਰਸਾ ਮੁਖੀ ਹੈ, ਉਸ ਨੂੰ ਕਿਉਂ ਹਰ ਚੌਥੇ ਦਿਨ ਪੈਰੋਲ ਮਿਲ ਜਾਂਦੀ ਹੈ? ਜਾਣੀ ਇੱਕ ਪਾਸੇ ਤਾਂ ਸਿੱਖ ਭਾਈਚਾਰਾ ਇਹ ਕਹਿ ਰਿਹਾ ਕਿ ਸਾਡੇ 30 35 40 ਸਾਲ 25 30 ਸਾਲ ਤੋਂ ਜਿਹੜੇ ਕੈਦੀ ਹੈਗੇ ਜਿਨ੍ਹਾਂ ਨੇ ਕਿਸੇ ਵੇਲੇ ਜਜ਼ਬਾਤ 'ਚ ਆ ਕੇ ਕੋਈ ਕਾਰਵਾਈ ਕੀਤੀ ਜਾਂ ਨਹੀਂ ਕੀਤੀ, ਉਹਨਾਂ ਨੇ ਆਪਣੀਆਂ ਸਜ਼ਾਵਾਂ ਵੀ ਭੁਗਤ ਲੀਆਂ, ਉਹਨਾਂ ਦੀ ਰਿਹਾਈ ਦੀ ਗੱਲ ਕਰਦੇ ਆ ਜੀ। ਉਹਨਾਂ ਦੀ ਰਿਹਾਈ ਕਹਿੰਦੇ ਪੋਸੀਬਲ ਨਹੀਂ ਹੈ, ਕਿਤੇ ਕੋਈ ਅੜਚਣ ਜਿਹੜੀ ਹੈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਲਈ ਲੜ ਰਹੀ ਹੈ। ਹੁਣ ਆਪਣੇ ਗੁਆਂਢ 'ਚ ਮੋਹਾਲੀ ਦੇ ਵਿੱਚ ਲਗਾਤਾਰ ਜਿਹੜਾ ਧਰਨਾ ਚੱਲ ਰਿਹਾ ਹੈ ਇਸ ਮੁੱਦੇ ਤੇ ਲੈ ਕੇ, ਉੱਥੇ ਕੋਈ ਸੁਣਵਾਈ ਨਹੀਂ ਹੈ। ਇੱਕ ਪਾਸੇ ਤਾਂ ਇਸ ਤਰ੍ਹਾਂ ਦਾ ਮਾਹੌਲ ਹੈ ਕਿ ਨਿਆਂ ਤੇ ਇਨਸਾਫ ਲਈ ਲੋਕੀ ਦਹਾਕਿਆਂ ਤੋਂ ਲੜਦੇ ਆ ਰਹੇ ਆ, ਨਿਆਂ ਤੇ ਇਨਸਾਫ ਨਹੀਂ ਹੈ। ਦੂਜੇ ਪਾਸੇ ਤੁਸੀਂ ਜਿਹੜਾ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਕਰਦੇ ਆ, ਚਾਹੇ ਸਰਕਾਰੀ ਏਜੰਸੀਆਂ ਚਾਹੇ ਪ੍ਰਸ਼ਾਸਨ ਹੈ, ਤਾਂ ਸੁਭਾਵਿਕ ਹੈ ਨਵਦੀਪ ਕੇ ਫਿਰ ਉਹਦੇ ਨਾਲ ਜਿਹੜਾ ਹੈਗਾ ਅਸਖਾਵਾਂ ਮਾਹੌਲ ਤਾਂ ਬਣਦਾ ਹੀ ਬਣਦਾ ਹੈ। ਉਸ ਸਿਸਟਮ ਦੇ ਉੱਤੇ ਸਵਾਲ ਉੱਠਣੇ ਵੀ ਸੁਭਾਵਿਕ ਹੈ। ਜੀ ਬਿਲਕੁਲ। ਤਾਂ ਜਿਸ ਹਿਸਾਬ ਦੇ ਨਾਲ ਸਰ ਇਲੈਕਸ਼ਨ ਨੇ ਜਿਹੜੀਆਂ ਲੋਕ ਸਭਾ ਦੀਆਂ ਉਹ ਨੇੜੇ ਆ ਰਹੀਆਂ ਨੇ, ਪੂਰੇ ਭਾਰਤ ਭਰ ਦੇ ਵਿੱਚ ਕਿਤੇ ਨਾ ਕਿਤੇ ਹਿੰਸਾ ਦੀਆਂ ਘਟਨਾਵਾਂ ਵੱਧ ਰਹੀਆਂ ਹੋਵੇ, ਗੱਲ ਭਾਵੇਂ ਮਨੀਪੁਰ ਦੀ ਹੋਵੇ, ਗੱਲ ਭਾਵੇਂ ਹਰਿਆਣੇ ਦੀ ਹੋਵੇ, ਘਰਾਂ ਨੂੰ ਦੁਕਾਨਾਂ ਨੂੰ ਅੱਗਾਂ ਲਾਈਆਂ ਜਾ ਰਹੀਆਂ ਨੇ, ਔਰਤਾਂ ਦੇ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ, ਸ਼ਰੇਆਮ ਕਤਲੋ ਗਾਰਤ ਹੈ। ਇਹ ਸਭ ਦਾ ਜਵਾਬ ਦੇ ਕੌਣ ਹੋਏਗਾ? ਨਵਦੀਪ, ਇਹ ਇੰਨਾ ਵੱਡਾ ਸਵਾਲ ਹੈਗਾ। ਅਕਸਰ ਅਸੀਂ ਜਿਹੜੇ ਭਾਰਤੀ ਹੈਗੇ, ਇੰਡੀਅਨ ਹੈਗੇ ਆ, ਆਪਣੇ ਆਪ ਤੇ ਬੜਾ ਮਾਣ ਕਰਦੇ ਹਾਂ ਇਸ ਗੱਲ ਦਾ ਕਿ ਅਸੀਂ ਧਰਮ ਨਿਰਪੱਖ, ਸਾਡੇ ਵੱਡੇ ਵਡੇਰਿਆਂ ਨੇ ਡਾਕਟਰ ਭੀਮ ਰਾਓ ਅੰਬੇਦਕਰ, ਉਹਨਾਂ ਨੇ ਸਾਰਿਆਂ ਜੋ ਸੰਵਿਧਾਨ ਦੀ ਰਚਨਾ ਕੀਤੀ, ਉਹਨਾਂ ਨੇ ਲਿਖਿਆ ਇਸ ਗੱਲ ਦੇ ਵਿੱਚ ਸ਼ੁਰੂਆਤ ਦੇ ਵਿੱਚ ਕਿ ਧਰਮ ਨਿਰਪੱਖ ਹੋਏਗਾ, ਡੈਮੋਕ੍ਰੇਟਿਕ ਕੰਟਰੀ ਹੋਏਗਾ, ਸਾਰੇ ਧਰਮਾਂ ਦੀ ਕਦਰ ਹੋਏਗੀ, ਗੱਲ ਕਹਿਣ ਦੀ, ਆਵਾਜ਼ ਚੁੱਕਣ ਦੀ ਆਜ਼ਾਦੀ ਹੋਏਗੀ। ਤੇ ਅਸੀਂ ਆਪਣੇ ਗੁਆਂਢੀ ਮੁਲਕਾਂ ਨੂੰ, ਚਾਹੇ ਅਫਗਾਨਿਸਤਾਨ ਦੀ ਗੱਲ ਕਰ ਲਈ, ਚਾਹੇ ਪਾਕਿਸਤਾਨ ਦੀ ਗੱਲ ਕਰ ਲਈਏ, ਚਾਹੇ ਦੂਜੇ ਮੁਲਕਾਂ ਦੀ, ਈਵਨ ਅਸੀਂ ਹਾਲਾਂਕਿ ਚਾਈਨਾ 'ਚ ਇੱਕ ਵੱਖਰੀ ਕਿਸਮ ਦਾ ਸਿਸਟਮ ਹੈ, ਉੱਥੇ ਵੀ ਅਸੀਂ ਕਹਿੰਦੇ ਹਾਂ ਕਿ ਜੀ ਡਿਕਟੇਟਰਸ਼ਿਪ ਹੈ, ਆਵਾਜ਼ ਨਹੀਂ ਚੁੱਕੀ ਜਾ ਰਹੀ। ਤੇ ਸਾਡੇ ਮੁਲਕ ਦੇ ਅੰਦਰ ਜਿਹੜਾ ਅਸੀਂ ਬੜਾ ਨਦੀਵੇ ਹੁੱਬ ਕੇ ਗੱਲ ਕਰਦੇ ਹਾਂ ਕਿ ਦੁਨੀਆ 'ਚ ਅਸੀਂ ਦੇਖੋ ਜੀ ਆਬਾਦੀ ਦੇ ਲਿਹਾਜ਼ ਨਾਲ ਵੀ ਸਭ ਤੋਂ ਵੱਡਾ ਕੰਟਰੀ ਹੈ। ਚਲੋ ਪਤਾ ਨਹੀਂ ਹੁਣ ਇਸ ਦੇ ਮਾਣ ਵਾਲੀ ਕਿਹੜੀ ਗੱਲ ਹੈ, ਪਰ ਸਾਡੀ ਜਿਹੜੀ ਹੈਗੀ ਹੈ ਲੀਡਰਸ਼ਿਪ ਮਾਣ ਕਰਦੀ ਹੈ ਇਸ ਗੱਲ ਦੀ ਕਿ ਦੁਨੀਆ ਦਾ ਸਭ ਤੋਂ ਵੱਡਾ ਕੰਟਰੀ। ਇਹ ਜ਼ਰੂਰ ਹੈ ਕਿ ਮਾਰਕੀਟ ਜ਼ਰੂਰ ਦੁਨੀਆ ਦੀ ਸਭ ਤੋਂ ਵੱਡੀ ਬਣ ਗਈ ਹੈ। ਸੋ ਵੱਡੇ ਮੁਲਕਾਂ ਦੀਆਂ ਨਜ਼ਰਾਂ ਜ਼ਰੂਰ ਟਿਕੀਆਂ ਰਹਿੰਦੀਆਂ ਕਿ ਭਾਰਤ ਐਡਾ ਵੱਡਾ ਦੇਸ਼ ਹੈ, ਉੱਥੇ ਬਹੁਤ ਕੁਝ ਖੱਪ ਸਕਦਾ ਹੈ ਮਾਰਕੀਟ ਦੇ ਲਿਹਾਜ਼ ਨਾਲ। ਇੱਕ ਗੱਲ। ਦੂਜੀ ਗੱਲ, ਕਹਿੰਦੇ ਕਿ ਜਿੱਡੀ ਵੱਡੀ ਡੈਮੋਕ੍ਰੇਸੀ ਸਾਡੀ ਹੈ, ਐਡੀ ਡੈਮੋਕ੍ਰੇਸੀ ਕਿਤੇ ਹੈ ਹੀ ਨਹੀਂ। ਜੇ ਅਸੀਂ ਵਾਕਈ ਇਸ ਗੱਲ ਦੀ ਗੱਲ ਕਰਦੇ ਹਾਂ ਕਿ ਜਮਹੂਰੀਅਤ ਪਸੰਦ ਹੈ, ਜਮਹੂਰੀਅਤ ਸਾਡੀ ਜਿਹੜੀ ਹੈਗੀ ਸਾਡੇ ਸੰਵਿਧਾਨ ਦਾ ਇੱਕ ਅਹਿਮ ਹਿੱਸਾ ਹੈ, ਜਿਹਦੇ ਤੇ ਸੰਵਿਧਾਨ ਟਿਕਿਆ ਵਾ, ਉਹ ਡੈਮੋਕ੍ਰੇਸੀ ਹੈ। ਤੇ ਉਸ ਦੀਆਂ ਜਦੋਂ ਇਲੈਕਸ਼ਨਾਂ ਦਾ ਜਿਸਦਾ ਤੁਸੀਂ ਜ਼ਿਕਰ ਕੀਤਾ ਹੈ, ਜਦੋਂ ਚੋਣਾਂ ਨੇੜੇ ਹੁੰਦੀਆਂ ਤਾਂ ਕਿਉਂ ਅੱਗਾਂ ਲੱਗਦੇ ਨੇ ਉਹਦੀ? ਚਾਹੇ ਮਨੀਪੁਰ ਦੀ ਗੱਲ ਕਰ ਲਈਏ, ਚਾਹੇ ਹਰਿਆਣਾ ਦੀ ਗੱਲ ਕਰ ਲਈਏ, ਕਿਧਰੇ ਇਹ ਸਵਾਲ ਉੱਠ ਹੀ ਰਿਹਾ ਹੈ ਕਿ ਪੋਲਰਾਈਜੇਸ਼ਨ ਹੋ ਰਹੀ ਹੈ, ਕਤਾਰਬੰਦੀ ਹੋ ਰਹੀ ਹੈ ਕਿ ਤੁਸੀਂ ਇਹੋ ਜਿਹੀ ਚਿੰਗਾੜੀ ਸੁੱਟੋ, ਜਿਹੜੇ ਸ਼ਰਾਰਤੀ ਅੰਸਰ ਹੈ ਇਹੋ ਜਿਹੀ ਚਿੰਗਾੜੀ ਸੁੱਟੋ ਕਿ ਪੋਲਰਾਈਜੇਸ਼ਨ ਹੋ ਜਿਹੜੀ। ਹੁਣ ਦੇਖੋ ਜੋ ਆਪਣਾ ਗੁਆਂਢ ਹਰਿਆਣਾ ਹੈ, ਹਰਿਆਣਾ 'ਚ ਜੋ ਹੋਇਆ ਨਵਦੀਪ, ਉਹ ਜਿਹੜਾ ਖੇਤਰ ਹੈਗਾ ਨੂੰਹ ਦਾ, ਉਹ ਬੜਾ ਗਰੀਬ ਜਿਹਾ ਇਲਾਕਾ ਹੈ ਜੀ। ਉਹ ਜ਼ਿਲ੍ਹਾ ਜਿੱਥੇ ਆਲਮੋਸਟ 80% ਤੋਂ ਵਧੇਰੇ ਮੁਸਲਿਮ ਆਬਾਦੀ ਹੈ। ਪਿਛਲੀ ਵਾਰੀ ਵੀ ਉੱਥੇ ਜਦੋਂ ਇਸ ਤਰ੍ਹਾਂ ਦੀ ਧਾਰਮਿਕ ਯਾਤਰਾ ਨਿਕਲੀ ਸੀ ਤਾਂ ਉੱਥੇ ਗੜਬੜ ਹੋਣ ਦਾ ਖਦਸ਼ਾ ਬਣ ਗਿਆ ਸੀ, ਪਰ ਕੰਟਰੋਲ ਕਰ ਲਿਆ ਗਿਆ। ਹੁਣ ਜਦੋਂ ਤੁਹਾਨੂੰ ਪਤਾ ਹੈ ਵੀ ਉੱਥੇ ਇਸ ਤਰ੍ਹਾਂ ਦੀ ਗੜਬੜ ਹੋ ਸਕਦੀ ਹੈ ਹਰਿਆਣਾ ਸਰਕਾਰ ਨੂੰ, ਤਾਂ ਕਿਉਂ ਨਹੀਂ ਸਮਾਂ ਰਹਿੰਦੇ ਉਸ ਦੇ ਇੰਤਜ਼ਾਮ ਕੀਤੇ ਗਏ? ਫਿਰ ਜੇ ਤੁਸੀਂ ਨਵਦੀਪ ਲੋਕਾਂ ਨੂੰ ਖੁੱਲ੍ਹ ਦਿਓਗੇ ਇੱਦਾਂ ਦੀ ਗੱਲ ਕਿ ਤੁਸੀਂ ਤਲਵਾਰਾਂ ਨਾਲ, ਭਾਲਿਆਂ ਨਾਲ ਤੇ ਹੋਰ ਇੱਦਾਂ ਦੇ ਤਿੱਖੇ ਹਥਿਆਰਾਂ ਦੇ ਨਾਲ ਮਾਰਚ ਕਰੋਗੇ, ਜਲੂਸ ਕੱਢੋਗੇ, ਫਿਰ ਵੀਡੀਓ ਇੱਦਾਂ ਦੀਆਂ ਵਾਇਰਲ ਹੋ ਰਹੀਆਂ ਜਿਹੜੀਆਂ ਇੱਕ ਫਿਰਕਾ ਹੈਗਾ ਜਿਹੜਾ ਉਹਨੂੰ ਦੂਜੇ ਫਿਰਕੇ ਦੇ ਖਿਲਾਫ ਭੜਕਾਉਂਦੀਆਂ, ਇਹ ਜ਼ਿੰਮੇਵਾਰੀਆਂ ਕਿਹਦੀਆਂ? ਸਰਕਾਰ ਦੀਆਂ ਨਾ। ਇੱਕ ਬੜਾ ਇੱਕ ਮੈਂ ਕਈ ਵਾਰੀ ਨਾ ਨਦੀਪ, ਆਪਾਂ ਜਰਨਲਿਸਟ ਦੇ ਤੌਰ ਤੇ ਧਿਆਨ ਨਾਲ ਵੀ ਦੇਖਦੇ ਹਾਂ, ਕੁਝ ਗੱਲਾਂ ਹੁੰਦੀਆਂ ਜਦੋਂ ਕਿਤੇ ਕ੍ਰਾਈਮ ਹੋ ਜਾਂਦਾ ਨਾ, ਮੈਂ ਅਕਸਰ ਦੇਖਦਾ ਕਿ ਪੁਲਿਸ ਵਾਲੇ ਜਦੋਂ ਸਾਡੇ ਜਰਨਲਿਸਟ ਜਿਹੜੇ ਰਿਪੋਰਟਿੰਗ ਕਰਦੇ ਆ ਹੇਠਾਂ, ਜਦੋਂ ਉਹਨਾਂ ਦੀ ਬਾਈਟ ਵਗੈਰਾ ਲੈਂਦੇ ਆ ਤਾਂ ਉਹ ਕਹਿੰਦੇ ਦੇਖੋ ਜੀ ਫਲਾਣਾ ਕਤਲ ਹੋ ਗਿਆ ਜਾਂ ਫਲਾਣੀ ਚੋਰੀ ਹੋ ਗਈ, ਡਾਕਾ ਹੋ ਗਿਆ, ਤੇ ਅਸੀਂ ਹੁਣ ਇਹਨਾਂ ਦੀ ਰਿਪੋਰਟ ਲਿਖ ਲਈ ਹੈ, ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਏਗੀ। ਜੇ ਇਸ ਦੇਸ਼ ਦੇ ਅੰਦਰ ਸਹੀ ਢੰਗ ਨਾਲ ਕਾਨੂੰਨ ਅਨੁਸਾਰ ਕਾਰਵਾਈ ਹੋ ਜੇ ਤਾਂ ਸ਼ਾਇਦ ਇਹ ਚੋਰੀਆਂ ਡਾਕਿਆਂ ਦਾ ਮਾਹੌਲ ਕਿਸੇ ਹੱਦ ਤੱਕ ਖਤਮ ਹੋ ਸਕਦਾ ਹੈ। ਸਵਾਲ ਤਾਂ ਇਹ ਹੈ ਕਿ ਕਾਨੂੰਨ ਅਨੁਸਾਰ ਕਾਰਵਾਈ ਹੁੰਦੀ ਨਹੀਂ। ਕਹਿੰਦੇ ਕੌਣ ਹੈ? ਆਪਾਂ ਚਲੋ ਸਾਰਿਆਂ ਨੂੰ ਇੱਕੋ ਰਸੇ ਨਹੀਂ ਬੰਨਦੇ, ਕਹਿੰਦੇ ਕੌਣ? ਜਿਹੜੇ ਵਰਦੀਧਾਰੀ ਹੈ, ਜਿਹੜੇ ਕਾਨੂੰਨ ਦੇ ਰਖਵਾਲੇ ਹੈ, ਉਹੀ ਗੱਲ ਕਹਿੰਦੇ ਆ ਕਿ ਕਾਨੂੰਨ ਅਨੁਸਾਰ, ਵੀ ਭਾਈ ਸਾਹਿਬ ਕਾਨੂੰਨ ਅਨੁਸਾਰ ਕਾਰਵਾਈ ਕਰੋ ਤਾਂ ਲੋਕਾਂ ਨੂੰ ਤੜਫਣਾ ਹੀ ਕਿਉਂ ਪਵੇ? ਜੀ ਜੀ। ਸੋ ਇਸ ਸਥਿਤੀ ਦੇ ਅੰਦਰ ਜੇ ਸਰਕਾਰਾਂ ਦੀ ਗੱਲ ਆਉਂਦੀ, ਸਰਕਾਰਾਂ ਵੀ ਆਪਣੀ ਜ਼ਿੰਮੇਵਾਰੀ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ। ਹਾਂਜੀ, ਸਾਜ਼ਿਸ਼ ਬੇਨਕਾਬ ਕਰਾਂਗੇ। ਮੈਂ ਇਹ ਕਹਿਣਾ ਨਾ ਕਿ ਤੁਸੀਂ ਸਾਜ਼ਿਸ਼ ਬੇਨਕਾਬ ਕੀ ਕਰੋਗੇ? ਸਾਜ਼ਿਸ਼ ਤਾਂ ਬੇਨਕਾਬ ਹੋ ਗਈ ਜਦੋਂ ਨਵਦੀਪ ਅੱਗਾਂ ਲੱਗ ਗਈਆਂ, ਘਰ ਸੜ ਗਏ, ਲੋਕ ਮਰ ਗਏ, ਨਫ਼ਰਤ ਫੈਲ ਗਈ। ਸਾਜ਼ਿਸ਼ ਤਾਂ ਬੇਨਕਾਬ ਹੋ ਗਈ। ਸਰਕਾਰ ਕੀ ਸਾਜ਼ਿਸ਼ ਬੇਨਕਾਬ ਕਰੂਗੀ? ਬਿਲਕੁਲ।
ਕੀ ਸਰਕਾਰ ਉਸ ਸਵਾਹ ਚੋਂ ਰਾਖ ਦੇ ਢੇਰ ਚੋਂ ਸਾਜ਼ਿਸ਼ ਲੱਭੇਗੀ? ਸਾਜ਼ਿਸ਼ ਕਰਨ ਵਾਲੇ ਨੇ ਤਾਂ ਸਾਜ਼ਿਸ਼ ਕਰਤੀ, ਉਹ ਤੁਹਾਡੇ ਸਾਹਮਣੇ ਆ। ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਸੋ ਸਰਕਾਰਾਂ ਦਾ ਕੰਮ ਕੀ ਰਹਿ ਜਾਂਦਾ ਨਵਦੀਪ, ਕਿ ਜਦੋਂ ਇਦਾਂ ਦੇ ਹਾਦਸੇ ਵਾਪਰਦੇ ਆ ਉਹ ਕਹਿੰਦੇ ਜੀ ਅਸੀਂ ਇਹਨਾਂ ਦੀ ਹਸਪਤਾਲਾਂ ਜਾ ਕੇ ਮਦਦ ਕਰਾਂਗੇ, ਜਿਹੜੇ ਪਰਿਵਾਰ ਦਾ ਕੋਈ ਮ੍ਰਿਤਕ ਆ ਉਹਨੂੰ ਇੰਨੀ ਮਦਦ ਕਰਾਂਗੇ, ਹੋਰ ਅਸੀਂ ਜਿਹੜਾ ਦੋਸ਼ੀ ਹੈ ਸਖਤ ਤੋਂ ਸਖਤ ਸਜ਼ਾਵਾਂ ਦੇਵਾਂਗੇ, ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਂਝ ਅਸੀਂ ਬੜਾ ਨਵਦੀਪ ਦਾਅਵਾ ਕਰਦੇ ਹਾਂ ਕਿ ਕੋਈ ਵੀ ਐਂਟੀ ਸੋਸ਼ਲ ਐਲੀਮੈਂਟ, ਕੋਈ ਵੀ ਦੇਸ਼ ਵਿਰੋਧੀ ਜਿਹੜਾ ਐਲੀਮੈਂਟ ਹੈ ਉਹ ਅਸੀਂ ਕਿਤੇ ਜਾ ਕੇ ਖਲ ਖੂੰਜਾਂ ਚੋਂ ਵੀ ਦੇਸ਼ ਦੇ ਕਿਸੇ ਵੀ ਕਾਰਨਰ ਚੋਂ ਜਾ ਕੇ ਲੱਭ ਲਿਆਉਂਦੇ ਹਾਂ ਔਰ ਉਹਦੇ ਤੇ ਕਾਰਵਾਈ ਕਰਦੇ ਹਾਂ। ਜਦੋਂ ਇੱਕ ਪੂਰੇ ਦਾ ਪੂਰਾ ਹਜ਼ੂਮ, ਪੂਰੇ ਦਾ ਫਿਰ ਕੁਨਬਾ, ਪੂਰੇ ਦਾ ਪੂਰਾ ਇੱਕ ਗਰੁੱਪ ਜਿਹੜਾ ਹੈਗਾ, ਵੱਡਾ ਗਰੁੱਪ ਸੈਂਕੜਿਆਂ 'ਚ ਹੁੰਦਾ ਜਿਹੜਾ, ਉਹ ਕਾਰਵਾਈ ਕਰੇ ਤੇ ਉੱਥੋਂ ਦੇ ਡੀਸੀ ਨੂੰ, ਉੱਥੋਂ ਦੇ ਐਸਐਸਪੀ ਨੂੰ, ਉੱਥੋਂ ਦੇ ਮੁੱਖ ਮੰਤਰੀ ਨੂੰ ਇਸ ਗੱਲ ਦੀ ਭਿਣਕ ਨਾ ਲੱਗੇ ਕਿ ਕੀ ਹੋ ਰਿਹਾ। ਸੋ ਇਹ ਬੜੀਆਂ ਘੜੇ ਘੜਾਏ ਫਿਕਰੇ ਆ ਕਿ ਸਖਤ ਕਾਰਵਾਈ ਕਰਾਂਗੇ, ਜਿਹੜਾ ਹੈਗਾ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ। ਜੇ ਦੋਸ਼ੀ ਬਖਸ਼ੇ ਨਾ ਜਾਣ ਦੀ ਗੱਲ ਹੁੰਦੀ, ਜਿੱਦਾਂ ਆਪਾਂ ਗੱਲ ਕਰਦੇ ਹਟੇ ਹਾਂ, ਤਾਂ ਨਦੀ 84 ਦਾ ਕਤਲੇਆਮ ਵੀ ਨਾ ਹੁੰਦਾ, ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਵੀ ਬਚ ਜਾਂਦੀਆਂ। ਤਾਂ ਮੁਲਕ ਦੇ ਅੰਦਰ ਲੋਕੀ ਰੇਲ ਗੱਡੀ ਦੇ ਡੱਬਿਆਂ 'ਚ ਬੈਠੇ ਅੱਗ ਲਾ ਦਿੰਦੇ ਆ, ਉੱਥੇ ਕਤਲੇਆਮ ਕਰ ਦਿੰਦੇ ਆ। ਜੇ ਇਦਾਂ ਦੀਆਂ ਗੱਲਾਂ ਦੇ ਉੱਤੇ ਰੋਕ ਲੱਗਦੀ ਤਾਂ ਸਾਡੇ ਮੁਲਕ 'ਚ ਇਹੋ ਜਿਹੀਆਂ, ਸੋ ਅਸੀਂ ਦਾਅਵੇਦਾਰੀ ਜ਼ਰੂਰ ਕਰਦੇ ਹਾਂ। 24 ਦੀਆਂ ਇਲੈਕਸ਼ਨਸ ਆ ਰਹੀਆਂ, ਇਹਨਾਂ ਜਿੰਨਾ ਤੁਸੀਂ ਇਲੈਕਸ਼ਨ ਦਾ ਗੱਲ ਕਰ ਰਹੇ ਹੋ, ਕੀ ਇਹਨਾਂ ਚੋਣਾਂ ਦੇ ਵਿੱਚ ਪੋਲਰਾਈਜੇਸ਼ਨ ਦਾ ਮੁੱਦਾ ਬਣੇਗਾ ਜਾਂ ਇਸ ਦੇਸ਼ ਦੇ ਲੋਕ ਇਹ ਮੁੱਦਾ ਬਣਾਉਣਗੇ ਕਿ ਕਿੰਨਾ ਲੋਕਾਂ ਨੂੰ ਲੈ ਕੇ ਆਉਣਾ ਅੱਗੇ, ਜਿਹੜੇ ਨਫ਼ਰਤ ਦੇ ਬੀਜਦੇ ਆ, ਨਫ਼ਰਤ ਫੈਲਾਉਂਦੇ ਆ, ਕੋਈ ਵੀ ਹੋਵੇ ਚਾਹੇ, ਉਹਨਾਂ ਨੂੰ ਅੱਗੇ ਲੈ ਕੇ ਆਉਣਾ ਹੈ। ਜਾਂ ਜਿਨ੍ਹਾਂ ਨੇ ਸੰਵਿਧਾਨ ਲਿਖਿਆ, ਬਾਬਾ ਭੀਮ ਰਾਓ ਅੰਬੇਦਕਰ ਦੀ ਸਹੁੰ ਜ਼ਰੂਰ ਖਾਂਦੇ ਹਾਂ, ਅਸੀਂ ਗੱਲ ਕਰਦੇ ਹਾਂ। ਜਾਂ ਜਿਹਨੇ ਸੰਵਿਧਾਨ ਲਿਖਿਆ ਹੈ ਉਸ ਸੰਵਿਧਾਨ ਨੂੰ ਬਚਾਉਣ ਵਾਲਿਆਂ ਨੂੰ ਲੈ ਕੇ ਅੱਗੇ ਆਉਣਾ। ਬਹੁਤ ਵੱਡਾ ਸਵਾਲ ਹੈ। 24 ਦੀਆਂ ਇਲੈਕਸ਼ਨਾਂ 'ਚ ਦੇਸ਼ ਦੀ ਕਿਸਮਤ ਬਦਲੇਗੀ, ਕਿਸ ਪਾਸੇ ਦੇਸ਼ ਜਾਂਦਾ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਆਪਾਂ ਨੂੰ ਥੋੜੇ ਦਿਨ ਇੰਤਜ਼ਾਰ ਕਰਨਾ ਪਏਗਾ ਨਾ ਜੀ, ਬਿਲਕੁਲ, ਤੇ ਥੋੜੇ ਦਿਨ ਇੰਤਜ਼ਾਰ ਕਰਨਾ ਪਵੇਗਾ। ਬਹੁਤ ਕੁਝ ਖੁਲਾਸਾ ਜਿਹੜਾ ਉਹ ਹੋਣਾ ਹੈ, ਪਰ ਲੋਕ ਵੋਟ ਕਿਸ ਨੂੰ ਕਰਨਗੇ ਇਹ ਵੀ ਦੇਖਣਾ ਪੈਣਾ ਹੈ। ਪਰ ਹੁਣ ਜੋ ਲੋਕਾਂ ਦੇ ਨਾਲ ਹੋ ਰਿਹਾ ਹੈ ਉਹ ਬਹੁਤ ਹੀ ਜ਼ਿਆਦਾ ਜ਼ਿਆਦਤੀ ਹੋ ਰਹੀ ਹੈ, ਬਹੁਤ ਹੀ ਜ਼ਿਆਦਾ ਧੱਕਾ ਹੋ ਰਿਹਾ। ਕਿੰਨਾ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ, ਉਹ ਲੋਕ ਜਿਨ੍ਹਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ, ਉਹ ਲੋਕ ਜੋ ਕਿਤੇ ਨਾ ਕਿਤੇ ਗਰੀਬ ਹੁੰਦੇ ਨੇ, ਉਹ ਲੋਕ ਜੋ ਘੱਟ ਗਿਣਤੀ ਹੁੰਦੇ ਨੇ, ਉਹਨਾਂ ਤੇ ਇੱਕ ਭੀੜ ਹੈ ਜਿਹੜੀ ਉਹ ਉਹਨਾਂ ਨੂੰ ਸ਼ਿਕਾਰ ਬਣਾਉਂਦੀ ਹੈ। ਬਹੁਤ ਸਾਰੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਨੇ। ਅਕਸਰ ਆਪਾਂ ਦੇਖਦੇ ਹਾਂ, ਫਿਲਮਾਂ ਦੇਖਦੇ ਹਾਂ, ਫਿਲਮਾਂ ਦੇ ਵਿੱਚ ਆਪਾਂ ਕਹਿੰਦੇ ਹਾਂ ਵੀ ਹਾਂ ਇਹ ਤਾਂ ਉਸ ਹਿਸਾਬ ਦੇ ਨਾਲ ਸੀ ਜਿਵੇਂ ਫਲਾਣੇ ਥਾਂ ਤੇ ਘਟਨਾ ਵਾਪਰੀ ਸੀ, ਤਾਂ ਉਹਦਾ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਜਿਹੜੀਆਂ ਫਿਲਮਾਂ ਹੁੰਦੀਆਂ ਨੇ ਉਹ ਵੀ ਕਿਤੇ ਨਾ ਕਿਤੇ ਅਸਲ ਘਟਨਾਵਾਂ ਤੇ ਹੀ ਆਧਾਰਿਤ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚ ਲੋਕ, ਸ਼ਰਾਰਤੀ ਅਨਸਰ, ਏਰੀਆ ਦਾ ਪ੍ਰਸ਼ਾਸਨ ਤੇ ਕਈ ਲੀਡਰ ਵੀ ਸ਼ਮੂਲੀਅਤ ਕਰਦੇ ਨੇ। ਸੋ ਸਾਰਿਆਂ ਦੀ ਰਲੀ ਮਿਲੀ ਭੁਗਤ ਹੁੰਦੀ ਹੈ, ਜਿਨ੍ਹਾਂ ਦੇ ਨਾਲ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਉਹ ਭਾਵੇਂ ਵੋਟਾਂ ਦੀ ਖਾਤਰ ਹੋਵੇ, ਉਹ ਭਾਵੇਂ ਚੋਣਾਂ ਦੇ ਵਿੱਚ ਜਿੱਤ ਦੀ ਲਈ ਹੋਵੇ, ਉਹ ਭਾਵੇਂ ਕਿਸੇ ਰਾਜਗੱਦੀ ਦੀ, ਕਿਸੇ ਸ਼ਾਸਨ ਦੀ, ਜਾਂ ਫਿਰ ਕੋਈ ਨਾ ਕੋਈ ਕਾਰੋਬਾਰ ਖੜਾ ਕਰਨ ਦੀ ਗੱਲ ਕੀਤੀ ਜਾਂਦੀ ਹੋਵੇ। ਪਰ ਜਿਹੜਾ ਇਹ ਲੋਕ ਸ਼ਿਕਾਰ ਬਣਦੇ ਨੇ ਉਹ ਆਮ ਲੋਕ ਹੁੰਦੇ ਨੇ, ਉਹ ਲੋਕ ਹੁੰਦੇ ਨੇ ਜੋ ਕਿਤੇ ਨਾ ਕਿਤੇ ਕੁਛ ਕਰ ਵੀ ਨਹੀਂ ਪਾਉਂਦੇ। ਉਹੀ ਕਾਰਨ ਹੈ ਕਿ ਜਦੋਂ ਆਪਾਂ ਬ੍ਰੇਕ ਤੋਂ ਪਹਿਲਾਂ ਜਗਦੀਸ਼ ਟਾਈਟਲਰ ਦੀ ਗੱਲ ਕੀਤੀ, ਬ੍ਰੇਕ ਤੋਂ ਪਹਿਲਾਂ ਗੁਰਮੀਤ ਰਾਮ ਰਹੀਮ ਦੀ ਗੱਲ ਹੋਈ ਕਿ ਉਹਨਾਂ ਦੇ ਖਿਲਾਫ ਤਾਂ ਸਬੂਤ ਵੀ ਮਿਲ ਗਏ, ਉਹਨਾਂ ਦੇ ਖਿਲਾਫ ਤਾਂ ਗਵਾਹ ਵੀ ਮਿਲ ਗਏ। ਕਿੰਨਾ ਸਮਾਂ ਪੈਣ ਤੋਂ ਬਾਅਦ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸੁੱਟਿਆ ਗਿਆ, ਪਰ ਫਿਰ ਵੀ ਸਰਕਾਰਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਬਚਾਉਣ ਦੇ ਲਈ। ਕੀ ਕਹਿਣਾ ਚਾਹੋਗੇ ਸਰ? ਨਵਦੀਪ, ਦੇਖੋ ਜਿਸ ਮਾਮਲੇ ਦਾ ਤੁਸੀਂ ਜ਼ਿਕਰ ਕੀਤਾ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਹਟੇ ਹਾਂ ਨਾ, ਇਹ ਬਹੁਤ ਵੱਡਾ ਇਸ਼ੂ ਹੈ। ਜੇ ਸਰਕਾਰਾਂ ਕਾਰਵਾਈ ਕਰਦੀਆਂ ਹੋਣ, ਬੜਾ ਅਨਫੋਰਚੂਨੇਟ ਹੈ ਕਿ ਸਰਕਾਰਾਂ ਜਦੋਂ ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਬੜੇ ਬਿਆਨ ਦਿੰਦੀਆਂ, ਦਾਅਵੇ ਕਰਦੀਆਂ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ, ਆਪਾਂ ਜਦੋਂ ਤੁਸੀਂ ਪੱਤਰਕਾਰਾਂ ਦੀ ਗੱਲ ਕੀਤੀ, ਆਪਾਂ ਆਪਣੇ ਚੈਨਲ ਦੀ ਗੱਲ ਕਰੀਏ, ਜੇ ਗਲੋਬਲ ਪੰਜਾਬ TV ਦੀ ਗੱਲ ਕਰੀਏ, ਤਾਂ ਜਦੋਂ ਇੱਥੇ ਡੇਰਾ ਮੁਖੀ ਦਾ ਜਦੋਂ ਪੰਚਕੂਲੇ 'ਚ ਪੇਸ਼ੀ ਸੀ ਤਾਂ ਜਰਨਲਿਸਟ ਜਿਹੜੇ ਬਹੁਤ ਸਾਰੇ ਜਰਨਲਿਸਟ ਕਵਰ ਕਰਨ ਦੇ ਲਈ ਗਏ। ਹੁਣ ਉਹ ਜਰਨਲਿਸਟਾਂ ਦਾ ਕੀ ਕਸੂਰ ਆ, ਉਹ ਤਾਂ ਕਵਰ ਕਰਨ ਦੇ ਲਈ ਗਏ ਸੀ, ਕੋਈ ਐਸੀ ਗੱਲ ਨਹੀਂ ਜਿਹੜੀ ਹੈਗੀ ਹੈ। ਉੱਥੇ ਜਿਸ ਕਦਰ ਜਿਹੜਾ ਹੈਗਾ ਬਾਬੇ ਦੇ ਹਮਾਇਤੀਆਂ ਵੱਲੋਂ ਹਮਲੇ ਕੀਤੇ ਗਏ, ਮੋਟਰਸਾਈਕਲਾਂ ਨੂੰ ਅੱਗਾਂ ਲਗਾਈਆਂ ਗਈਆਂ, ਗੱਡੀਆਂ ਨੂੰ ਅੱਗਾਂ ਲਗਾਈਆਂ ਗਈਆਂ। ਜਿਹੜਾ ਸਾਡੇ JP ਤੇ ਉਹਨਾਂ ਦੇ ਨਾਲ ਸਾਥੀ ਜਰਨਲਿਸਟ ਜਿਹੜੇ ਕਵਰ ਕਰਨ ਗਏ ਹੋਏ ਸੀਗੇ, ਉਹਨਾਂ ਨੇ ਸ਼ਾਮ ਲੇਟ ਤੱਕ ਬੜੀ ਛੁਪ ਕੇ ਕਿਸੇ ਜਗ੍ਹਾ ਦੇ ਉੱਤੇ ਬਿਲਡਿੰਗ ਦੇ 'ਚ ਆਪਣੀ ਜਾਨ ਬਚਾਈ। ਰਾਤ ਨੂੰ ਬੜੀ ਮੁਸ਼ਕਿਲ ਦੇ ਨਾਲ ਆਏ ਔਰ ਸਾਡੇ ਇੱਕ ਸਾਥੀ ਦੀ ਉਸ ਘਟਨਾ ਦੇ ਵਿੱਚ ਇੱਕ ਗੱਡੀ ਵੀ ਸੜ ਗਈ। ਤੇ ਬੜਾ ਸਰਕਾਰ ਦਾਅਵੇ ਕਰਦੀ ਹੈ ਕਿ ਜੀ ਅਸੀਂ ਜਿਹੜਾ ਹੈਗਾ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ, ਨੁਕਸਾਨਾਂ ਦੀ ਪੂਰਤੀ। ਹੁਣ ਕਈ ਸਾਲ ਨਿਕਲ ਗਏ ਉਸ ਘਟਨਾ ਨੂੰ। ਇਹ ਤਾਂ ਸਾਡੇ ਨਾਲ
ਆਪਣੀ ਜਿਵੇਂ ਦੇ ਵਾਪਰੀ ਵੀ ਮੰਦਭਾਗੀ ਘਟਨਾ ਹੈ ਨਾ, ਕੋਈ ਮੁਆਵਜ਼ਾ ਜਾਂ ਕੋਈ ਰਾਹਤ ਨਹੀਂ ਮਿਲੀ ਹੈ। ਸੋ ਇੱਦਾਂ ਜਿਹੜੇ ਬਹੁਤ ਸਾਰੇ ਜਰਨਲਿਸਟ ਹੈ, ਜਿੱਦਾਂ ਤੁਸੀਂ ਕਿਹਾ ਵੀ ਜਿਹੜੇ ਆਪਣੀਆਂ ਜਾਨਾਂ ਤੋਂ ਵੀ ਹੱਥ ਧੋ ਬੈਠਦੇ ਆ, ਜਾਨ ਗਵਾ ਬੈਠਦੇ ਆ, ਕਈਆਂ ਦੇ ਰੁਜ਼ਗਾਰ ਚਲੇ ਜਾਂਦੇ ਆ। ਨਵਦੀਪ, ਮੈਨੂੰ ਹੁਣ ਅਜੇ ਤੱਕ ਯਾਦ ਹੈਗਾ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਹੁੰਦੇ ਸੀ ਚੌਧਰੀ ਬੰਸੀ ਲਾਲ ਜੀ। ਇਹ ਨਹੀਂ ਗੱਲ ਕਿ ਵੀ ਹੁਣੇ ਹੀ ਹੁੰਦਾ, ਇਹ ਹਕੂਮਤਾਂ ਦਾ ਇੱਕ ਨਜ਼ਰੀਆ ਹੈ ਕਿ ਬਈ ਸਾਡੇ ਖਿਲਾਫ ਕੋਈ ਆਵਾਜ਼ ਕਿਵੇਂ ਚੁੱਕ ਸਕਦਾ ਹੈ। ਚੌਧਰੀ ਬੰਸੀ ਲਾਲ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਸੀ ਤਾਂ ਇੱਕ ਜਰਨਲਿਸਟ ਜਿਹੜਾ ਕਿ ਚੰਡੀਗੜ੍ਹ ਬੇਸਡ ਆ, ਉਹਨਾਂ ਦੇ ਖਿਲਾਫ ਜੋ ਬਣਦੀ ਹੋਈ ਰਿਪੋਰਟ ਲਿਖਦਾ ਸੀ, ਤਾਂ ਚੌਧਰੀ ਬੰਸੀ ਲਾਲ ਨੇ ਉਸ ਅਖਬਾਰ ਦੇ ਸੰਪਾਦਕ ਨੂੰ ਜਿਹੜਾ ਹੈਗਾ ਫੋਨ ਕਰਕੇ ਕਿਹਾ ਕਿ ਜਾਂ ਤਾਂ ਇਹਦੀ ਹਰਿਆਣਾ ਦੀ ਬੀਟ ਬਦਲ ਦੇ, ਏਰੀਆ ਬਦਲ ਦੇ, ਨਹੀਂ ਤਾਂ ਤੁਹਾਡੀ ਮੈਂ ਐਡ ਬੰਦ ਕਰ ਦਾਂਗੇ, ਜਿੱਦਾਂ ਤੁਸੀਂ ਪਹਿਲਾਂ ਗੱਲ ਕਰਦੇ ਹਟੇ ਆ। ਤਾਂ ਉਹ ਜਰਨਲਿਸਟ ਦੀ ਬਦਲੀ ਕਰ ਦਿੱਤੀ ਗਈ, ਕਿਉਂਕਿ ਬਹੁਤ ਵਾਰੀ ਜਿਹੜੀਆਂ ਮੈਨੇਜਮੈਂਟਾਂ ਹੈਗੀਆਂ ਉਹ ਵੀ ਦਬਾਅ ਹੇਠਾਂ, ਦਬਦਬੇ ਹੇਠਾਂ ਆ ਜਾਂਦੀਆਂ। ਸੋ ਬੜੀ ਨਿਰਪੱਖਤਾ ਦੀ ਗੱਲ ਕਰਦੇ ਹਾਂ, ਜਿੱਦਾਂ ਮੌਜੂਦਾ ਸਰਕਾਰ ਦੀ ਆਪਾਂ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਕਈ ਵਾਰੀ ਲੱਗਦਾ ਹੁੰਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਗੱਲਾਂ ਕਰਦੇ ਆ ਕਿ ਮੀਡੀਆ ਦੀ ਬੜੀ ਆਜ਼ਾਦੀ ਦੀ ਗੱਲ ਕਰਦੇ ਆ, ਕਿ ਵੀ ਜਦੋਂ ਖਾਸ ਤੌਰ ਤੇ ਗੁਰਬਾਣੀ ਪ੍ਰਸਾਰਣ ਦੇ ਮਾਮਲੇ 'ਚ ਆਉਂਦੀ ਆ ਗੱਲ, ਤਾਂ ਸਾਰੇ ਦਰਸ਼ਕ ਜਿਹੜੇ ਦੁਨੀਆ ਭਰ 'ਚ ਬੈਠੇ, ਸਾਨੂੰ ਵੀ ਕੋਈ ਦੇਖ ਰਹੇ ਜਿਹੜੇ ਸੁਣ ਰਹੇ ਆ, ਜਦੋਂ ਭਗਵੰਤ ਮਾਨ ਹੁਣੀ ਇਹ ਗੱਲ ਕਹਿੰਦੇ ਆ ਕਿ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਤੇ ਮੈਂ ਚਾਹੁੰਦਾ ਵੀ ਇੱਕ ਚੈਨਲ ਨੂੰ ਅਧਿਕਾਰ ਕਿਉਂ ਦਿੱਤਾ ਜਾਵੇ। ਉਹ ਤਾਂ ਸਾਰੇ ਮੀਡੀਆ ਦੇ ਲਈ ਆਜ਼ਾਦ ਹੋਣਾ ਚਾਹੀਦਾ, ਮੈਂ ਪ੍ਰਬੰਧ ਕਰਕੇ ਦਿਆਂਗਾ, ਸਾਡਾ ਉਸ ਚੈਨਲ ਦੇ ਨਾਲ ਪ੍ਰਬੰਧ ਹੋਣ ਨਾਲ ਜਾਂ ਨਾ ਹੋਣ ਨਾਲ ਕੋਈ ਲੈਣਾ ਦੇਣਾ ਨਹੀਂ। ਅਸੀਂ ਗੱਲ ਕਰਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਮੀਡੀਆ ਦੀ ਵਕਾਲਤ ਕਰਦਾ ਨਜ਼ਰ ਆਉਂਦਾ ਹੈ, ਪਰ ਉਸੇ ਭਗਵੰਤ ਮਾਨ ਨੇ ਬਹੁਤ ਸਾਰੇ ਟੀਵੀ ਚੈਨਲਾਂ ਦਾ ਸਕੰਜਾ ਕੱਸਿਆ ਵਾ। ਉਸੇ ਭਗਵੰਤ ਮਾਨ ਨੇ ਆਪਣੇ ਢੰਗ ਨਾਲ ਜਿਹੜੀ ਵਾਹ ਕਰਦੇ ਆ ਉਹਨਾਂ ਨੂੰ ਐਡਾਂ ਦੇ ਖੁੱਲੇ ਗੱਫੇ ਦਿੰਦੇ ਆ। ਜੇ ਕੋਈ ਖਿਲਾਫ ਲਿਖਦਾ ਜਾਂ ਹੋਰ ਇੱਦਾਂ ਕਰਦਾ ਤਾਂ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਕਿਵੇਂ ਇਹਦਾ ਜਿਹੜਾ ਹੈਗਾ ਦਮ ਘੁੱਟਿਆ ਜਾ ਸਕਦਾ, ਬੰਦ ਕੀਤਾ ਜਾ ਸਕਦਾ। ਸੋ ਜਦੋਂ ਹਕੂਮਤ ਦਾ ਨਸ਼ਾ ਹੁੰਦਾ ਨਾ, ਫਿਰ ਨਜ਼ਰੀਆ ਬਦਲ ਜਾਂਦਾ, ਫਿਰ ਸੋਚ ਹੀ ਬਦਲ ਜਾਂਦੀ ਹੈ ਹਕੂਮਤਾਂ ਦੀ। ਸੋ ਇਸੇ ਕਰਕੇ ਜਦੋਂ ਵੱਡੀਆਂ ਮੰਦਭਾਗੀਆਂ ਘਟਨਾਵਾਂ ਵੀ ਵਾਪਰਦੀਆਂ ਇਹੋ ਜਿਹੇ ਹੁੰਦੇ ਆ, ਤਾਂ ਉਹਦੇ 'ਚੋਂ ਵੀ ਨਤੀਜੇ ਜਿਹੜੇ ਹੈਗੇ ਇਸ ਢੰਗ ਨਾਲ ਹੀ ਕੱਢੇ ਜਾਂਦੇ ਆ ਕਿ ਵੀ ਸਾਡੇ ਹੱਕ ਜਾਂ ਹਮਾਇਤ 'ਚ ਕਿਹੜੇ ਲੋਕ ਹੈ। ਉਹ ਜੇ ਕੋਈ ਮਾੜਾ ਕੰਮ ਵੀ ਕਰਦੇ ਹੈ, ਅੱਜ ਮੈਂ ਦੇਖ ਰਿਹਾ ਸੀਗਾ ਇੱਕ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਕੋਈ ਕਿਸੇ ਇੱਦਾਂ ਦੀ ਮੰਦਭਾਗੀ ਘਟਨਾ ਵਾਪਰੀ ਜਿਹੜੀ ਹੈਗੀ ਉਹਦੇ 'ਤੇ ਇੱਦਾਂ ਦਾ ਫਿਰ ਕੋਈ ਦੰਗਿਆਂ ਦਾ ਦੋਸ਼ ਸੀ, ਤਾਂ ਉਹ ਸਥਾਨਕ ਜਿਹੜੀ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਸੀ ਅਗਲੇ ਦਿਨ ਹੀ ਉਸਦੀ ਜ਼ਮਾਨਤ ਹੋ ਗਈ। ਜੇ ਪ੍ਰਸ਼ਾਸਨ ਚਾਹੁੰਦਾ ਤੇ ਹੋ ਸਕਦਾ ਸਾਡੇ ਵੀ ਇੱਥੇ ਕੁਝ ਲੋਕ ਜਿਹੜੇ ਹੈਗਾ ਨਿਆਂ ਦੇ ਮੁਤਾਬਕ ਪਤਾ ਲੱਗੇਗਾ ਕੌਣ ਠੀਕ ਹੈ ਕੌਣ ਗਲਤ ਹੈ ਜਦੋਂ ਜਾਂਚ ਹੋਏਗੀ। ਡਿਬੜੂਗੜ੍ਹ ਜੇਲ੍ਹ 'ਚ ਭੇਜੇ ਵੀ ਹੈ ਨਾ, ਸਾਮ 'ਚ ਭੇਜੇ ਵੀ ਹੈ ਨਾ, ਬਹੁਤ ਸਾਰੇ ਮਾਮਲੇ ਠਾਉਂਦੇ ਆ, ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲੇ ਉੱਠਦੇ ਆ ਨਾ। ਸੋ ਸਰਕਾਰਾਂ ਦਾ ਨਜ਼ਰੀਆ ਜਿਹੜਾ ਹੈਗਾ ਨਾ ਉਸੇ ਢੰਗ ਨਾਲ ਹੀ ਬਦਲ ਜਾਂਦਾ ਹੈ ਜਿਸ ਢੰਗ ਨਾਲ ਉਹਨਾਂ ਨੂੰ ਸਮੇਂ ਦੀ ਜ਼ਰੂਰਤ ਹੁੰਦੀ ਹੈ, ਕਿਹੜੇ ਲੋਕ ਉਹਨਾਂ ਦੇ ਨਾਲ ਖੜ੍ਹਦੇ। ਜਿੱਦਾਂ ਆਪਾਂ ਕਤਾਰਬੰਦੀ ਇਲੈਕਸ਼ਨ ਦੀ ਗੱਲ ਕੀਤੀ ਹੈ ਨਾ, ਜਿੱਦਾਂ ਮੈਂ ਕਹਿਣਾ ਹੁੰਦਾ ਕਿ ਇਲੈਕਸ਼ਨ ਜਦੋਂ ਆਉਂਦੀ ਹੈ ਤਾਂ ਨਵਦੀਪ ਇੱਕ ਮਹਾਭਾਰਤ ਹੁੰਦਾ ਹੈ, ਇਹਦੇ 'ਚ ਕਤਾਰਬੰਦੀ ਹੁੰਦੀ ਹੈ ਕਿ ਕੌਣ ਲੋਕ ਸਾਡੇ ਨਾਲ ਹੈ, ਕੌਣ ਦੂਜਿਆਂ ਦੇ ਨਾਲ ਹੈ, ਤੇ ਉਸ ਹਿਸਾਬ ਨਾਲ ਕਤਾਰਬੰਦੀ ਨਾਲ ਉਹ ਲੜਾਈ ਲੜੀ ਜਾਂਦੀ ਹੈ। ਇਸੇ ਕਤਾਰਬੰਦੀ ਦੇ ਮੁਤਾਬਕ ਹੀ ਜਿਹੜੇ ਹੈਗੇ ਫਿਰ ਫੈਸਲੇ ਸਰਕਾਰਾਂ ਕਰਦੀਆਂ। ਕੋਈ ਕਿਸੇ ਹਜ਼ੂਮ ਵੱਲੋਂ ਕਿਸੇ ਤੇ ਹਮਲਾ ਕੀਤਾ ਗਿਆ, ਕਿਤੇ ਨਹੀਂ ਕੀਤਾ ਗਿਆ, ਮਾਰਨ ਵਾਲਾ ਕੌਣ ਹੈ, ਸਹਿਣ ਵਾਲਾ ਕੌਣ ਹੈ, ਬਹੁਤ ਕੁਝ ਜਿਹੜਾ ਹੈਗਾ ਦਹਾਕਿਆਂ ਤੱਕ ਸਹਿੰਦਾ। ਜਿੱਦਾਂ ਆਪਾਂ ਜਗਦੀਸ਼ ਟਾਈਟਲਰ ਦਾ ਤੁਸੀਂ ਜ਼ਿਕਰ ਕੀਤਾ, ਦਹਾਕੇ ਨਿਕਲ ਗਏ ਨਾ, ਅੱਜ ਤੱਕ ਨਿਆਂ ਤੇ ਇਨਸਾਫ ਨਹੀਂ ਮਿਲਿਆ। ਇੱਦਾਂ ਹੀ ਬਹੁਤ ਸਾਰੇ ਮਾਮਲੇ ਹੈ ਜਿੱਥੇ ਲੋਕ ਉਡੀਕਦੇ ਰਹਿੰਦੇ ਆ ਔਰ ਇਹ ਦੁਨੀਆ ਤੋਂ ਚਲੇ ਵੀ ਜਾਂਦੇ ਆ ਨਿਆਂ ਦੀ ਉਡੀਕ ਵਿੱਚ। ਜੀ ਬਿਲਕੁਲ, ਤੇ ਇਸ ਦੇ ਨਾਲ ਹੀ ਜੇ ਅਸੀਂ ਅਗਲੀ ਖਬਰ ਵੱਲ ਵਧੀਏ, ਗੱਲ ਕਰਾਂਗੇ ਕੇਂਦਰ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਲੈ ਕੇ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਰੇਲਵੇ ਸਟੇਸ਼ਨਾਂ ਨੂੰ ਦਾ ਹਾਲਤ ਜਿਹੜੀ ਉਹ ਸੁਧਾਰਨ ਦੇ ਲਈ ਇੱਕ ਫੰਡ 5000 ਕਰੋੜ ਦਾ ਜਾਰੀ ਕੀਤਾ ਗਿਆ, ਤਾਂ ਉਸ ਦੇ ਵਿੱਚ ਗਵਰਨਰ ਸਾਹਿਬ ਵੱਲੋਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਕੀ ਕਹਿਣਾ ਚਾਹੋਗੇ? ਨਵਦੀਪ, ਇਹ ਬੜੀ ਤੁਸੀਂ ਦਿਲਚਸਪ ਖਬਰ ਲਈ ਹੈ। ਪੋਲੀਟਿਕਸ ਨਾਲ ਕਈ ਵਾਰੀ ਬੀਇੰਗ ਏ ਜਰਨਲਿਸਟ ਤੁਸੀਂ ਕੁਝ ਗੱਲਾਂ ਨੂੰ ਬਦਲ ਜਿਹੜਾ ਹੈਗਾ ਦੇਖਦੇ ਵੀ ਹੋ ਕਿ ਵੀ ਕਿ ਕੀ ਹੋ ਰਿਹਾ, ਕੀ ਵਾਪਰ ਰਿਹਾ। ਦੇਖੋ ਆਖਰ ਜਦੋਂ ਕੇਂਦਰ ਵੱਲੋਂ ਕੋਈ ਮਦਦ ਆਉਂਦੀ ਹੈ ਨਾ ਨਵਦੀਪ, ਤਾਂ ਇੱਕ ਸਿਸਟਮ ਹੈ ਕਿ ਮੁੱਖ ਮੰਤਰੀ ਕੇਂਦਰ ਦਾ ਧੰਨਵਾਦ ਕਰਦਾ ਹੈ, ਜਾਂ ਜੇ ਨਹੀਂ ਆਉਂਦੀ ਤਾਂ ਆਲੋਚਨਾ ਕਰਦਾ, ਤਾਂ ਕੋਈ ਚਿੱਠੀ ਪੱਤਰ ਲਿਖਣਾ ਹੁੰਦਾ ਹੈ। ਐਕਚੁਅਲੀ ਕੀ ਹੈ ਕਿ ਲੋਕਾਂ ਨੇ ਜਿੱਦਾਂ ਪ੍ਰਧਾਨ ਮੰਤਰੀ ਚੁਣਿਆ, ਕਿਸੇ ਸੂਬੇ ਦੇ ਲੋਕਾਂ ਨੇ ਮੁੱਖ ਮੰਤਰੀ ਨੂੰ ਚੁਣਿਆ। ਹੁਣ ਸੂਬੇ ਦਾ ਮੁੱਖ ਮੰਤਰੀ ਦਾ ਭਗਵੰਤ ਮਾਨ ਆ, ਉਹਦੇ ਨਾਲ ਕੋਈ ਸਹਿਮਤ ਹੋਵੇ ਚਾਹੇ ਨਾ ਹੋਵੇ, ਪਰ ਲੋਕਾਂ ਨੇ ਵੋਟਾਂ ਪਾ ਕੇ ਬਣਾਇਆ ਉਹਨਾਂ ਨੂੰ। 92 ਉਹਨਾਂ ਦੇ ਨਾਲ ਵਿਧਾਇਕ ਹੈ ਜਿਹੜੇ ਹੈਗੇ।
ਹੁਣ ਜਿਹੜੀਆਂ ਰਵਾਇਤੀ ਧਿਰਾਂ ਵਿਰੋਧੀ ਧਿਰਾਂ ਕਈ ਵਾਰੀ ਕੀ ਹੁੰਦਾ ਕਿ ਜਦੋਂ ਨਦੀ ਕੁਝ ਲੋਕ ਜਿਹੜੇ ਸੱਤਾ ਤੋਂ ਬਾਹਰ ਚਲੇ ਜਾਂਦੇ ਆ ਨਾ, ਸੱਤਾ ਅਸਲ 'ਚ ਕੀ ਹੈ, ਦਰਸ਼ਕਾਂ ਨਾਲ ਮੈਂ ਜਰਨਲਿਸਟ ਦੇ ਤੌਰ ਤੇ ਸਾਂਝੀ ਕਰਨੀ ਚਾਹਾਂਗਾ। ਸੱਤਾ ਇੱਕ ਤਰ੍ਹਾਂ ਦਾ ਪੋਲੀਟੀਸ਼ੀਅਨ ਦੇ ਲਈ ਆਕਸੀਜਨ ਹੈ। ਜਿੱਦਾਂ ਆਕਸੀਜਨ ਬੰਦ ਹੋ ਜਾਏ ਤਾਂ ਇਨਸਾਨ ਦਾ ਦਮ ਜਾ ਘੁੱਟ ਜਾਂਦਾ ਨਾ, ਕਿ ਕਿਸ ਤਰ੍ਹਾਂ ਕਰੀਏ। ਆ ਕਰੋਨਾ ਕਾਲ ਵਿੱਚ ਦੇਖਿਆ ਆਪਾਂ ਕਿਸ ਤਰ੍ਹਾਂ ਬਲੈਕ ਸਿਲੰਡਰ ਵਿਕਦੇ ਰਹੇ ਆ, ਕਿ ਕਮ ਸੇ ਕਮ ਆਕਸੀਜਨ ਦਾ ਇੱਕ ਸਾਹ ਆਉਣ ਲਈ ਸਿਲੰਡਰ ਤਾਂ ਮਿਲ ਜੇ। ਬਿਲਕੁਲ ਇੱਦਾਂ ਹੀ ਜਿਹੜੇ ਹੈਗੇ ਆ ਪੋਲੀਟੀਸ਼ੀਅਨ ਜਦੋਂ ਸੱਤਾ ਤੋਂ ਬਾਹਰ ਹੁੰਦੇ ਆ ਤਾਂ ਉਹਨੂੰ ਲੱਗਦਾ ਕਿ ਸੱਤਾ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ। ਹੁਣ ਸਾਲ ਡੇਢ ਸਾਲ ਨਿਕਲਿਆ ਅਜੇ ਦੀ ਸੱਤਾ ਨੂੰ ਜਿਹੜਾ ਹੈਗਾ, ਜਦੋਂ ਆਪਾਂ ਭਗਵੰਤ ਮਾਨ ਦੀ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਉਹਦੇ ਚੱਲਦਿਆਂ ਉਹਨੂੰ ਲੱਗਦਾ ਵੀ ਕਿਸ ਕਦਰ ਜਿਹੜਾ ਹੈਗਾ ਵੀ ਇੰਨਾ ਸਮਾਂ ਨਿਕਲ ਗਿਆ। ਕੋਈ ਕਹਿੰਦਾ ਜੀ ਤਾਂ ਫੇਲ ਹੋ ਗਿਆ ਜੀ, ਕੋਈ ਕਹਿੰਦਾ ਜੀ ਇਹਨੂੰ ਦਿੱਲੀ ਚਲਾਉਂਦੀ ਹੈ। ਖੈਰ ਇਹ ਉਹਨਾਂ ਦਾ ਆਪਣਾ ਆਪਣਾ ਨਜ਼ਰੀਆ ਤੇ ਆਪਣਾ ਉਹਨਾਂ ਦਾ ਕਲੇਸ਼ ਹੈ, ਕੌਣ ਠੀਕ ਹੈ ਕੌਣ ਗਲਤ, ਆਪਾਂ ਉਸ ਗੱਲ 'ਚ ਨਹੀਂ ਪੈਂਦੇ। ਪਰ ਤੁਸੀਂ ਜਿਸ ਮੁੱਦੇ ਦੀ ਗੱਲ ਕੀਤੀ ਹੈ, ਉਹ ਇਹ ਮੁੱਦੇ ਦਾ ਮੈਂ ਤਾਂ ਇਸ ਕਰਕੇ ਜ਼ਿਕਰ ਕੀਤਾ ਹੈ ਕਿ ਗੱਲ ਕਲੇਸ਼ ਨਾਲ ਜੁੜਦੀ ਹੈ ਜਾ ਕੇ। ਬਿਲਕੁਲ ਹੁਣ ਤਕਰੀਬਨ 5000 ਕਰੋੜ ਦੇ ਕਰੀਬ ਜਿਹੜਾ ਹੈਗਾ ਕੇਂਦਰ ਵੱਲੋਂ ਇੱਕ ਮਦਦ ਦਿੱਤੀ ਗਈ ਹੈ ਕਿ ਚੰਡੀਗੜ੍ਹ ਦਾ ਰੇਲਵੇ ਸਟੇਸ਼ਨ ਤੇ ਪੰਜਾਬ ਦੇ ਜਿਹੜੇ 22 ਰੇਲਵੇ ਸਟੇਸ਼ਨ ਹੈ ਉਹਨਾਂ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਕੀਤਾ ਜਾਏਗਾ, ਆਧੁਨਿਕ ਬਣਾਇਆ ਜਾਏਗਾ। ਚੰਗੀ ਗੱਲ ਹੈ, ਕੇਂਦਰ ਨੇ ਮਦਦ ਕੀਤੀ, ਅਸੀਂ ਕਹਿੰਦੇ ਰਹਿੰਦੇ ਹਾਂ। ਪਰ ਉਹਦਾ ਜਵਾਬ ਕੌਣ ਦੇ ਰਿਹਾ? ਗਵਰਨਰ। ਗਵਰਨਰ ਕਹਿ ਰਿਹਾ ਕਿ ਜੀ ਬਹੁਤ ਧੰਨਵਾਦੀ ਅਸੀਂ ਤੁਹਾਡੇ, ਤੁਸੀਂ ਸਾਨੂੰ ਇੰਨਾ ਪੈਸਾ ਭੇਜਿਆ। ਚਲੋ ਇਹ ਤਾਂ ਗੱਲ ਦੀ ਨਵਦੀਪ ਸਮਝ ਲੱਗਦੀ ਹੈ ਵੀ ਚੰਡੀਗੜ੍ਹ ਦੇ ਗਵਰਨਰ ਪ੍ਰਸ਼ਾਸਕ ਹੈ, ਕਹਿ ਸਕਦੇ ਆ, ਚੰਡੀਗੜ੍ਹ ਦੇ ਮੁਖੀ ਨੇ, ਪ੍ਰਸ਼ਾਸਕ ਦੇ ਤੌਰ ਤੇ ਗੱਲ ਕਰ ਸਕਦੇ ਆ। ਪਰ ਪੰਜਾਬ ਦਾ ਜਿਹੜਾ ਪੈਸਾ ਆਇਆ ਹੈ ਰੇਲਵੇ ਸਟੇਸ਼ਨਾਂ ਦੇ ਲਈ, ਉਹਦਾ ਧੰਨਵਾਦ ਤਾਂ ਫਿਰ ਮੁੱਖ ਮੰਤਰੀ ਵੱਲੋਂ ਕਰਨਾ ਤਾਂ ਬਣਦਾ ਜੀ। ਹੁਣ ਇਹ ਤਾਂ ਇਸ ਤਰ੍ਹਾਂ ਹੋ ਗਿਆ ਨਾ ਵੀ ਜਿਵੇਂ ਇਨਡਾਇਰੈਕਟਲੀ ਤਰੀਕੇ ਨਾਲ ਇਹ ਲੱਗੇ ਕਿ ਵੀ ਇਹ ਤਾਂ ਜੀ ਗਵਰਨਰ ਤੇ ਕੇਂਦਰ ਸਰਕਾਰ ਦੋਨੇ ਹੀ ਮਿਲ ਕੇ ਪੰਜਾਬ ਚਲਾ ਰਹੇ, ਵੀ ਜੋ ਫੰਡਸ ਆ ਰਹੇ, ਪੈਸਾ ਆ ਰਿਹਾ। ਕਿਉਂਕਿ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਹੋਵੇਗਾ ਪੰਜਾਬ ਦੇ ਜਿਹਦੇ ਇਸ਼ੂਜ਼ ਦੀ ਗੱਲ ਆਉਂਦੀ ਹੈ, ਫਲੱਡਸ ਦੀ ਜਾਂ ਦੂਜੇ ਮੁੱਦਿਆਂ ਦੀ ਗੱਲ ਆਉਂਦੀ ਹੈ, ਤਾਂ ਉਹਨਾਂ ਮਾਮਲਿਆਂ ਦੇ ਉੱਤੇ ਜਾ ਕੇ ਉਹ ਕਹਿੰਦੇ ਕਿ ਮੈਂ ਕੇਂਦਰ ਤੱਕ ਅਪਰੋਚ ਕਰਾਂਗਾ ਕਿ ਮਦਦ ਮਿਲਣੀ ਚਾਹੀਦੀ। ਹੁਣ ਗਵਰਨਰ ਸਿੱਧੇ ਤੌਰ ਤੇ ਕਹਿੰਦਾ ਕਿ ਮੈਂ ਕੇਂਦਰ ਤੋਂ ਮਦਦ ਲਵਾਂਗਾ, ਯਾਨੀ ਮੁੱਖ ਮੰਤਰੀ ਵਿੱਚੋਂ ਮਾਈਨਸ ਕੀਤਾ ਜਾ ਰਿਹਾ, ਜਿਹੜਾ ਕਿ ਅਨਡੈਮੋਕ੍ਰੈਟਿਕ ਹੈ। ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਮੁੱਖ ਮੰਤਰੀ ਹੈ, ਉਸ ਨੂੰ ਅਧਿਕਾਰ ਹੋਣਾ ਚਾਹੀਦਾ। ਪਰ ਅਸੀਂ ਪੰਜਾਬੀਆਂ ਨੇ ਵੀ ਇਦਾਂ ਦਾ ਜਾਣੀ ਸਾਡੇ ਜਾਣੀ ਐਡੇ ਪੋਲੀਟੀਕਲ ਵੈਸਟਰਨ ਇੰਟਰਸਟ ਨਵਦੀਪ ਹੋ ਗਿਆ। ਮੈਂ ਇੱਕ ਦਿਨ ਪਹਿਲਾਂ ਦੇਖ ਰਿਹਾ ਸੀਗਾ ਕਿ ਕੁਝ ਮੁੱਦੇ ਦੇ ਉੱਤੇ ਸਿੱਖ ਜਥੇਬੰਦੀਆਂ ਨੇ ਜਾ ਕੇ ਕੇਂਦਰ ਦੇ ਵਿੱਚ ਜਿਹੜਾ ਹੈਗਾ ਇੱਕ ਕਮਿਸ਼ਨ ਨੂੰ ਜਿਹੜਾ ਹੈਗਾ ਚਿੱਠੀ ਪੱਤਰ ਦਿੱਤਾ ਕਿ ਦੇਖੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਬੜਾ ਵੱਡੀ ਪੱਧਰ ਤੇ ਭ੍ਰਿਸ਼ਟਾਚਾਰ ਹੋ ਗਿਆ ਹੈ, ਇਸ ਮਾਮਲੇ ਦੀ ਜਾਂਚ ਕਰੀ ਜਾਵੇ। ਹੁਣ ਜਾਣੀ ਤੁਸੀਂ ਜਾ ਕੇ ਇਸ ਗੱਲ ਲਈ ਕਿ SGPC 'ਚ ਤੁਹਾਡਾ ਕੋਈ ਹਿੱਸਾ ਨਹੀਂ, ਤੁਹਾਡੇ ਮੈਂਬਰ ਨਹੀਂ ਜਾਂ ਮੰਨਦੇ ਨਹੀਂ, ਇਹ ਤਾਂ ਗੱਲ ਸਮਝ ਲੱਗਦੀ ਹੈ। ਜਿਹੜੇ ਵੀ ਭਾਈ ਸਾਹਿਬ ਗਏ, ਜੇ ਕਿਤੇ ਨਵਦੀਪ ਉਹ ਜਾ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲੇ ਚਲੇ ਜਾਂਦੇ ਕਿ ਜਨਾਬ ਬੇਨਤੀ ਹੈ SGPC ਦੀਆਂ ਚੋਣਾਂ ਕਰਾਓ, ਦਹਾਕੇ ਨਿਕਲ ਗਏ, ਫੇਰ ਤਾਂ ਗੱਲ ਸਮਝ ਲੱਗਦੀ ਹੈ। ਤੇ ਜੇ ਤੁਸੀਂ ਇਸ ਗੱਲ ਦੇ ਨਾਲ ਇਸ ਤਰੀਕੇ ਨਾਲ ਲੜਾਈਆਂ ਵਿੱਢਣ ਲੱਗੋਗੇ ਤਾਂ ਤੁਹਾਡੇ ਇੰਟਰਸਟ ਜਿਹੜੇ ਹੈਗੇ ਆ, ਮੈਂ ਹੁਣ ਪਾਰਲੀਮੈਂਟ 'ਚ ਵੀ ਇੱਕ ਇਸ਼ੂ ਹੈ ਨਾ ਜਿੱਦਾਂ ਚੱਲਦੇ ਆ ਪਾਰਲੀਮੈਂਟ ਦੇ ਅੰਦਰ ਵੀ ਮੈਂ ਸੁਣ ਰਿਹਾ ਸੀ ਕਿ ਹਰਸਿਮਰਤ ਬਾਦਲ ਚਲੋ ਹੋਰ ਮੁੱਦਿਆਂ ਤੇ ਵੀ ਗੱਲ ਕੀਤੀ, ਪਰ ਉਹ ਕਹਿ ਰਹੇ ਕਿ ਅਮਿਤ ਸ਼ਾਹ ਜੀ ਨੂੰ ਸੰਬੋਧਨ ਕਰਕੇ ਕਿ ਕੇਂਦਰੀ ਗ੍ਰਹਿ ਮੰਤਰੀ ਤੁਸੀਂ ਜਿਹੜਾ ਹੈਗਾ ਜਿੱਥੋਂ ਤੱਕ ਸ਼ਰਾਬ ਘੁਟਾਲੇ ਦਾ ਮਾਮਲਾ ਹੈ ਦਿੱਲੀ 'ਚ ਦਾ ਕੰਮ ਕੀਤਾ, ਇਹੀ ਕੰਮ ਕਹਿੰਦੇ ਪੰਜਾਬ ਦੇ ਵਿੱਚ ਵੀ ਹੋਇਆ ਸ਼ਰਾਬ ਘੁਟਾਲੇ ਦਾ, ਪੰਜਾਬ 'ਚ ਵੀ ਕਾਰਵਾਈ ਕਰੋ। ਹੁਣ ਪਾਰਲੀਮੈਂਟ ਜਾ ਕੇ ਪੰਜਾਬ ਹੜ੍ਹਾਂ ਨਾਲ ਮਰ ਰਿਹਾ, ਡੁੱਬ ਰਿਹਾ, ਨਸ਼ਿਆਂ ਨਾਲ ਡੁੱਬ ਰਿਹਾ, ਸਾਡੇ ਪਾਰਲੀਮੈਂਟ ਮੈਂਬਰ ਜਾ ਕੇ ਉੱਥੇ ਇਹ ਗੱਲ ਕਹਿਣ ਕਿ ਜੀ ਸਾਨੂੰ ਹੜ੍ਹਾਂ ਦੀ ਮਦਦ ਦਿਓ, ਨਹੀਂ ਤਾਂ ਅਸੀਂ ਤੁਹਾਡੇ ਘਰ ਅੱਗੇ ਜਾ ਕੇ ਧਰਨਾ ਦੇ ਦਿਆਂਗੇ, ਬੈਠ ਜਾਾਂਗੇ ਜਾਂ ਪ੍ਰੋਟੈਸਟ ਕਰਾਂਗੇ, ਉਹ ਤਾਂ ਗੱਲ ਸਮਝ ਲੱਗਦੀ ਹੈ। ਪਾਰਲੀਮੈਂਟ ਐਡਾ ਵੱਡਾ ਪਲੇਟਫਾਰਮ ਆ, ਉੱਥੇ ਜਾ ਕੇ ਵੀ ਤੁਸੀਂ ਉਹੋ ਜਿਹੀਆਂ ਕਿੜਾਂ ਕੱਢਦੇ ਹੋ। ਸੋ ਉਸੇ ਕਿੜ ਦੇ ਨਾਲ ਹੀ ਜਿਸ ਮੁੱਦੇ ਦੀ ਤੁਸੀਂ ਗੱਲ ਕੀਤੀ ਹੈ, ਇਹ ਤਾਂ ਚੰਗੀ ਗੱਲ ਹੈ ਕਿ ਸਾਡੇ ਰੇਲਵੇ ਸਟੇਸ਼ਨ ਨਵੇਂ ਬਣਨਗੇ, ਚੰਗਾ ਪੈਸਾ ਮਦਦ ਆਈ ਹੈ। ਚੰਡੀਗੜ੍ਹ ਆਪਾਂ ਰਹਿੰਦੇ ਹਾਂ, ਚੰਡੀਗੜ੍ਹ ਦਾ ਵੀ ਹੋਏਗਾ। ਪਰ ਉਹ ਦਿਲਚਸਪ ਪਹਿਲੂ ਇਹੀ ਹੈ ਕਿ ਗਵਰਨਰ ਨੇ ਧੰਨਵਾਦ ਕੀਤਾ ਹੈ ਕੇਂਦਰ ਸਰਕਾਰ ਦਾ ਕਿ ਜੀ ਮੈਂ ਧੰਨਵਾਦੀ ਹਾਂ। ਸੋ ਕਿਧਰੇ ਲੱਗਦਾ ਇਹ ਹੈ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਬਾਈਪਾਸ ਕਰਕੇ ਕੇਂਦਰ ਤੇ ਗਵਰਨਰ ਸਿੱਧੇ ਤੌਰ ਤੇ ਉਹਨਾਂ ਦੀਆਂ ਤਾਰਾਂ ਜੁੜਦੀਆਂ ਨਜ਼ਰ ਆ ਰਹੀਆਂ। ਜੀ ਜੀ ਬਿਲਕੁਲ। ਤਾਂ ਜਿਸ ਹਿਸਾਬ ਦਾ ਆਪਾਂ ਜ਼ਿਕਰ ਕੀਤਾ ਕਿ ਗਵਰਨਰ ਸਾਹਿਬ ਵੱਲੋਂ ਧੰਨਵਾਦ ਕੀਤਾ ਗਿਆ, ਹੋਵੇ ਹੀ ਜੇ ਗੱਲ ਕੀਤੀ ਜਾਵੇ ਮਹਿੰਗਾਈ ਨੂੰ ਲੈ ਕੇ ਕਿ ਸਬਜ਼ੀਆਂ ਦੇ ਭਾਅ ਨੇ ਜਿਹੜੇ ਉਹ ਪ੍ਰੋਪਰ ਅੱਗ ਲਾ ਰਹੇ ਨੇ, ਲੋਕਾਂ ਦੀ ਜੇਬ ਇੰਨੀ ਢਿੱਲੀ ਹੋ ਗਈ ਕਿ ਪਿਛਲੇ ਦਿਨਾਂ ਦੇ ਵਿੱਚ ਤਾਂ ਲੋਕਾਂ ਨੇ
ਤੜਕੇ ਦੇ ਵਿੱਚ ਟਮਾਟਰ ਪਾਣਾ ਹੀ ਬੰਦ ਕਰ ਦਿੱਤਾ ਤੇ ਹੁਣ ਜੇ ਪਿਆਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਬਹੁਤ ਜ਼ਿਆਦਾ ਮਹਿੰਗੇ ਹੋਣ ਜਾ ਰਹੇ ਨੇ। ਤਾਂ ਮੇਨ ਗੱਲ ਟਮਾਟਰ ਤੇ ਆਨੇ ਆ ਕਿ ਇੱਕ ਸਮਾਂ ਸੀ ਕਿ ਜਦੋਂ 1 ਮਹੀਨਾ ਪਹਿਲਾਂ 250 ਤੱਕ 300 ਤੱਕ ਲੋਕਾਂ ਨੇ ਬਲੈਕ ਦੇ ਵਿੱਚ ਵੇਚਣੇ ਸ਼ੁਰੂ ਕਰ ਦਿੱਤੇ ਸੀਗੇ। ਤਾਂ ਲੋਕਾਂ ਨੇ ਉਹ ਵੀਡੀਓਜ਼ ਬਣਾਈਆਂ, ਸੋਸ਼ਲ ਮੀਡੀਆ ਤੇ ਬਹੁਤ ਵੀਡੀਓ ਵਾਇਰਲ ਹੋਈਆਂ, ਅੱਧੇ ਚੋਂ ਵੀ ਅੱਧਾ ਟਮਾਟਰ ਜਿਹੜਾ ਵਰਤਣਾ ਸ਼ੁਰੂ ਕਰ ਦਿੱਤਾ। ਕਈ ਲੋਕਾਂ ਨੇ ਤਾਂ ਟਮਾਟਰ ਬੰਦ ਹੀ ਕਰ ਦਿੱਤਾ। ਪਰ ਸਾਡੇ ਜਿਹੜੇ ਗਵਰਨਰ ਸਾਹਿਬ ਨੇ ਉਹ ਟਮਾਟਰਾਂ ਨੂੰ ਲੈ ਕੇ ਵੀ ਕੁਝ ਕਹਿੰਦੇ ਹੋਏ ਨਜ਼ਰ ਆ ਰਹੇ ਨੇ। ਸਰ, ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਸ ਹਿਸਾਬ ਦੇ ਨਾਲ ਸੋਸ਼ਲ ਮੀਡੀਆ ਤੇ ਇੱਕ ਦੌੜ ਲੱਗੀ ਹੋਈ ਹੈ ਕਿ ਮੈਂ ਸੁਰਖੀਆਂ ਦੇ ਵਿੱਚ ਰਹਾਂ, ਮੈਂ ਸੁਰਖੀਆਂ ਦੇ ਵਿੱਚ ਰਹਾਂ, ਕਿਤੇ ਸਾਡੇ ਗਵਰਨਰ ਸਾਹਿਬ ਵੀ ਸੁਰਖੀਆਂ ਦੇ ਵਿੱਚ ਆਉਣ ਦੇ ਲਈ ਕੁਝ ਇਦਾਂ ਦਾ ਤਾਂ ਨਹੀਂ ਅਪਣਾ ਰਹੇ? ਜੀ, ਮੈਨੂੰ ਤਾਂ ਇਹ ਲੱਗਦਾ ਸੀ ਕਿ ਵੀ ਇਹ ਖਬਰ ਸ਼ਾਇਦ ਤੁਸੀਂ ਸਭ ਤੋਂ ਪਹਿਲਾਂ ਲਾਉਂਗੇ ਕਿਉਂਕਿ ਤੁਹਾਡਾ ਇੰਟਰਸਟ ਵੀ ਹੋਏਗਾ ਇਸ ਗੱਲ 'ਚ ਜੀ। ਕਿਉਂਕਿ ਜਿਹੜੀਆਂ ਵੀ ਕੁੜੀਆਂ, ਜਿਹੜੀਆਂ ਵੀ ਔਰਤਾਂ ਕਿਚਨ 'ਚ ਕੰਮ ਕਰਦੀਆਂ, ਬਾਕੀ ਹੈ ਤਾਂ ਸਾਰੇ ਪਰਿਵਾਰ ਲਈ ਤਕਲੀਫ ਹੁੰਦੀ ਹੈ, ਪਰ ਕਿਉਂਕਿ ਉਹਨਾਂ ਨੇ ਕਿਚਨ ਦਾ ਖਰਚਾ ਦੇਖਣਾ ਹੁੰਦਾ ਕਿ ਕਿਸ ਕਦਰ ਵੱਧ ਗਿਆ। ਤੇ ਹੁਣ ਜਦੋਂ ਟਮਾਟਰਾਂ ਦੀ ਗੱਲ ਕਰਦੇ ਆ ਤਾਂ ਵਾਕਈ ਜਿਹੜਾ ਹੈਗਾ, ਔਰ ਗਵਰਨਰ ਦੀ ਆਪਾਂ ਪਹਿਲਾਂ ਗੱਲ ਕਰ ਲਈ। ਦੇਖੋ, ਗਵਰਨਰ ਨੇ ਆਪਣੇ ਰਾਜ ਭਵਨ ਤੋਂ ਟਮਾਟਰਾਂ ਦੀ ਜਿਹੜੀ ਆਮਦ ਆ ਬੰਦ ਕਰਤੀ ਕਿ ਮਹਿੰਗੇ ਹੋ ਗਏ ਹੈ ਕਿ ਉੱਥੇ ਹੁਣ ਟਮਾਟਰ ਨਹੀਂ ਆਉਣਗੇ। ਚਲੋ, ਇਹਦਾ ਗਵਰਨਰ ਸਾਹਿਬ ਦਾ ਫੈਸਲਾ ਹੈ, ਉਹਨਾਂ ਦਾ ਮਰਜ਼ੀ ਹੈ, ਕਰ ਲਿਆ। ਪਰ ਨਾਲ ਦੀ ਨਾਲ ਮੀਡੀਆ ਦੇ ਅੰਦਰ ਵੀ ਇਹਦੀ ਜਾਣਕਾਰੀ ਦਿੱਤੀ ਗਈ ਹੈ ਕਿ ਦੇਖੋ ਜੀ, ਮੈਂ ਹੁਣ ਰਾਜ ਭਵਨ 'ਚ ਦੇਖੋ, ਜਿਵੇਂ ਕਹਿੰਦੇ ਨੇ ਇੱਕ ਪੰਜਾਬੀ 'ਚ ਬੜੀਆਂ ਪਿਆਰੀਆਂ ਕਹਾਵਤਾਂ ਦੀ ਬਣੀਆਂ ਹੋਈਆਂ ਜੀ। ਇੱਕ ਕਹਾਵਤ ਆ, ਦੇਖੋ ਸ਼ਾਇਦ ਜਿਹੜੀ ਹੈਗੀ ਹੈ ਨਵੀਂ ਜਨਰੇਸ਼ਨ ਨੂੰ ਪਤਾ ਨਹੀਂ ਕਿੰਨੀ ਕੁ ਸਮਝ ਲੱਗਦੀ ਹੋਈ ਗੱਲ ਦੀ, ਕਿ ਖਰਬੂਜ਼ਾ ਖਰਬੂਜ਼ੇ ਨੂੰ ਦੇਖ ਕੇ ਰੰਗ ਬਦਲਦਾ ਹੈ। ਇਹ ਹੁਣ ਖਰਬੂਜੇ ਨੂੰ ਦੇਖ ਕੇ ਤਾਂ ਉਹੀ ਗੱਲ ਕਰ ਸਕਦਾ ਜਿਹੜਾ ਕਿਤੇ ਖਰਬੂਜਿਆਂ ਦੇ ਖੇਤ 'ਚ ਗਿਆ ਹੋਏਗਾ, ਨਹੀਂ ਤਾਂ ਜੇ ਰੇਹੜੀ ਤੇ ਜਿਹੜੇ ਵੇਚਣ ਵਾਲੇ ਖਰਬੂਜੇ ਹੈ ਉਹਨਾਂ ਨੂੰ ਦੇਖ ਕੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਸੋ ਜਦੋਂ ਆਪਾਂ ਗਵਰਨਰ ਦੀ ਗੱਲ ਕਰਦੇ ਤੇ ਮੁੱਖ ਮੰਤਰੀ ਦੀ ਗੱਲ ਕਰਦੇ, ਇੱਥੇ ਇਹ ਕਹਾਵਤ ਬਿਲਕੁਲ ਟੁਕਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤਾਂ ਮੰਨਿਆ ਹੀ ਜਾਂਦਾ ਹੈ ਕਿ ਹਰ ਗੱਲ 'ਚ ਇਸ਼ਤਿਹਾਰ, ਜਿੱਥੇ ਵੀ ਕਿਤੇ ਉਹਨਾਂ ਨੇ ਜਾਣਾ ਹੈ। ਈਵਨ ਜੇ ਉਹਨਾਂ ਨੇ ਫਰਜ਼ ਕਰੋ ਹੜ੍ਹਾਂ ਦੀ ਮਾਰ ਹੈ ਪੈ ਰਹੀ ਹੈ, ਠੀਕ ਹੈ, ਮੁੱਖ ਮੰਤਰੀ ਗੱਲ ਤਾਂ ਹੈ ਕਿ ਮੁੱਖ ਮੰਤਰੀ ਬਾਹਰ ਨਿਕਲੇ ਗਏ ਹੈ। ਸ਼ਾਇਦ ਕੈਪਟਨ ਅਮਰਿੰਦਰ ਹੁੰਦਾ ਤਾਂ ਉਹਨਾਂ ਨੇ ਮਹਿਲ 'ਚੋਂ ਬੈਠ ਕੇ ਹੀ ਆਦੇਸ਼ ਦੇ ਦੇਣੇ ਸੀ ਕਿ ਜਾਇਆ ਉਹ ਆਪਣੇ ਅਧਿਕਾਰੀਆਂ ਨੂੰ ਭੇਜ ਦੇਣਾ ਸੀ। ਜਾਣਾ ਤਾਂ ਚੰਗੀ ਗੱਲ ਹੈ, ਪਰ ਮੁੱਖ ਮੰਤਰੀ ਸਾਡੇ ਨਾਲ ਕਲਾਕਾਰ ਵੀ ਹੈ। ਉਹ ਜਿੱਥੇ ਜਾਂਦੇ ਆ ਫਿਰ ਕਿਤੇ ਆਪਣਾ ਪਜਾਮਾ ਜਾਂ ਪੈਂਟ ਜੀ ਟੁੰਗ ਲੈਂਦੇ ਆ, ਥੋੜਾ ਪਾਣੀ 'ਚ ਚਲੇ ਜਾਂਦੇ ਆ। ਫਿਰ ਮੇਰੇ ਵਰਗੇ ਜਿਹੜੇ ਨਾਲ ਮੀਡੀਆ ਵਾਲੇ ਵੀਡੀਓ ਬਣਾਉਣ ਵਾਲੇ ਹੁੰਦੇ, ਉਹ ਕਹਿੰਦੇ ਵੀ ਕਿਹੜੇ ਐਂਗਲ ਤੋਂ ਅੱਛੀ ਹੋ ਸਕਦੀ ਹੈ। ਇੱਦਾਂ ਹੀ ਜਦੋਂ ਡੈਮ ਦੇ ਉੱਤੇ ਗਏ, ਭਾਖੜਾ ਡੈਮ ਦੇ ਉੱਤੇ, ਹੁਣ ਕਿੱਥੇ ਤਾਂ ਭਾਖੜਾ ਡੈਮ ਦੀ ਗੱਲ ਇਹ ਹੈ ਕਿ ਫਲੱਡ ਗੇਟ ਨਾ ਖੋਲੇ ਜਾਣ, ਉਹਦੇ ਲਈ ਨੁਕਸਾਨ ਹੋ ਸਕਦਾ, ਕਿੰਨਾ ਨੁਕਸਾਨ ਹੋ ਸਕਦਾ। ਕਿੱਥੇ ਉੱਥੇ ਜਿਹੜਾ ਹੈਗਾ ਮੁੱਖ ਮੰਤਰੀ ਵੱਲੋਂ ਇਸ ਤਰ੍ਹਾਂ ਉਂਗਲ ਕਰਕੇ, ਮਤਲਬ ਕਿ ਮੀਡੀਆ 'ਚ ਕਿਸ ਤਰ੍ਹਾਂ ਅੱਛੀ ਗੱਲ ਆ ਸਕਦੀ ਹੈ। ਸੋ ਗਵਰਨਰ ਕੋਲੇ ਵੀ ਮੈਨੂੰ ਲੱਗਦਾ ਕਿ ਕਿਤੇ ਗੱਲ ਗਵਰਨਰ ਤੇ ਵੀ ਇਹ ਪਾ ਲੱਗ ਗਈ ਹੈ ਵੀ ਜੇ ਮੈਂ ਟਮਾਟਰ ਬੰਦ ਕੀਤੇ ਹੈ ਤਾਂ ਲੋਕਾਂ 'ਚ ਗੱਲ ਜਾਏਗੀ ਤੇ ਤਾਂ ਹੀ ਪਤਾ ਲੱਗਿਆ ਨਾ। ਹੋ ਸਕਦਾ ਸਸਤੇ ਵੀ ਹੋ ਜਾਣ ਥੋੜ੍ਹੇ ਜਿਹੇ, ਕਿਉਂਕਿ ਜੋ ਰਾਜ ਭਵਨ ਨੇ ਟਮਾਟਰ ਬੰਦ ਕਰਤੇ ਤਾਂ ਮਾਰਕੀਟ ਦੇ ਵਿੱਚ ਵੀ ਹੋ ਸਕਦਾ ਗਿਰਾਵਟ ਆ ਜੇ ਕਿ ਘੱਟੋ ਘੱਟ ਰਾਜ ਭਵਨ ਵਾਲਿਆਂ ਨੇ ਤਾਂ ਆਪਣੀ ਡਿਮਾਂਡ ਬੰਦ ਕਰਤੀ ਨਾ। ਡਿਮਾਂਡ ਸਪਲਾਈ ਦਾ ਜ਼ਮਾਨਾ ਹੈਗਾ। ਪਰ ਜਦੋਂ ਆਪਾਂ ਇਕੱਲੇ ਟਮਾਟਰ ਦੀ ਗੱਲ ਕਰਦੇ ਹਾਂ, ਟਮਾਟਰ ਨੇ ਤਾਂ ਉਹ ਹਾਹਾਕਾਰ ਇਸ ਕਦਰ ਮਚਾਈ ਵੀ ਇਹਨਾਂ ਦੀ। ਪਿਛਲੇ ਦਿਨਾਂ 'ਚ ਇੱਕ ਬਹੁਤ ਹੀ ਦਿਲਚਸਪ ਸਥਿਤੀ ਹੈ। ਇੱਕ ਰਾਜਸਥਾਨ ਦਾ ਵਪਾਰੀ ਜਿਹੜਾ ਹੈਗਾ, ਉਹਨੇ ਕਰਨਾਟਕ ਵਾਲੇ ਪਾਸੇ ਤੋਂ ਟਮਾਟਰਾਂ ਦਾ ਭਰਿਆ ਵਾ ਟਰੱਕ ਜਿਹੜਾ ਹੈਗਾ ਮੰਗਵਾਇਆ ਤਾਂ ਕਰਨਾਟਕ ਦੇ ਵਿੱਚ ਹੀ ਉਹ ਟਰੱਕ ਲੁੱਟ ਲਿਆ ਗਿਆ ਟਮਾਟਰਾਂ ਦਾ। ਪਤਾ ਨਹੀਂ ਕੌਣ ਲੈ ਗਿਆ ਉਹਨੂੰ, ਟਰੱਕ ਨੂੰ ਹੀ ਲੈ ਗਿਆ ਕੋਈ ਜਿਹੜਾ। ਤੇ ਉਹ ਵਪਾਰੀ ਕਹਿ ਰਿਹਾ ਜੀ ਮੇਰਾ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ। ਪਤਾ ਉਹ ਕੀ ਕਹਿ ਰਿਹਾ? ਉਹ ਕਹਿੰਦਾ ਜੀ ਮੇਰੇ 23 ਲੱਖ ਰੁਪਏ ਦੇ ਟਮਾਟਰ ਸੀਗੇ ਉਹਦੇ ਵਿੱਚ ਜਿਹੜੇ ਟਰੱਕ ਦੇ ਵਿੱਚ ਜੀ, ਤੇ ਐਡਾ ਵੱਡਾ ਨੁਕਸਾਨ ਹੋ ਗਿਆ। ਇੱਕ ਪਾਸੇ ਤਾਂ ਉਹ 23 ਲੱਖ ਰੁਪਏ ਦੀ ਗੱਲ ਕਰਦਾ ਹੈ, ਇੱਕ ਹਲਕੀ ਜੀ ਗੱਲ, ਛੋਟੀ ਗੱਲ ਕਹਿ ਕੇ, ਪਰ ਗੱਲ ਵੱਡੀ ਹੈ। ਕਿਸਾਨ ਦੀ ਚੀਜ਼ ਤੇ ਤਕਲੀਫ ਕੀ ਹੈ ਇਹਨਾਂ ਦੀ? ਗੱਲ ਟਮਾਟਰ ਦੀ ਨਹੀਂ ਹੈ ਇਕੱਲੀ। ਲੋਕ ਇਸ ਗੱਲ ਨੂੰ, ਜਿਹੜੇ ਖਪਤਕਾਰ ਹੈ, ਜਿੱਦਾਂ ਮੈਂ ਕਿਹਾ ਕਿ ਕਿਚਨ 'ਚ ਕੰਮ ਕਰਨ ਵਾਲੀਆਂ ਔਰਤਾਂ ਹੈ ਜਾਂ ਹੋਰ ਜਿਹੜੇ ਸ਼ਹਿਰੀ ਹੈ, ਟਮਾਟਰਾਂ ਦੇ ਕੇ ਹਾ ਕਰਕੇ ਜੀ ਹੁਣ 200-250 ਰੁਪਏ ਕਿਲੋ ਹੋ ਗਏ, 300 ਰੁਪਏ ਕਿਲੋ ਹੋ ਗਏ। ਇਹ ਤਾਂ ਚਲੋ ਗੱਲ ਹੈ ਹੀ ਹੈ, ਪਰ ਮੈਂ ਕਿਸਾਨ ਦੀ ਐਂਗਲ ਇਸ ਕਰਕੇ, ਇਸ ਐਂਗਲ ਤੋਂ ਗੱਲ ਕਰ ਰਿਹਾ ਹਾਂ ਕਿ ਜਿਹੜੇ ਕਿਸਾਨ ਨੇ ਟਮਾਟਰ ਬੀਜੇ ਹੋਣਗੇ, ਟਮਾਟਰ ਪੈਦਾ ਕੀਤੇ ਹੋਣਗੇ ਨਾ, ਉਹਨੂੰ ਤਾਂ ਪਤਾ ਨਹੀਂ 50 ਰੁਪਏ ਕਿਲੋ ਮਿਲੇ ਹੋਣਗੇ, 100 ਰੁਪਏ ਕਿਲੋ ਦੇ ਹਿਸਾਬ ਨਾਲ ਮਿਲਿਆ ਕਿ ਨਹੀਂ ਮਿਲਿਆ ਹੋਏਗਾ। ਅੱਗੇ ਜਾ ਕੇ 250-300 ਜਿਹੜੇ ਵਿਚੋਲੇ ਹੈ ਸਨ 'ਚ, ਉਹ ਕਿਸ ਕਦਰ ਕਮਾਈ ਕਰ ਰਹੇ। ਗੱਲ ਕੇਵਲ ਟਮਾਟਰਾਂ ਦੀ ਨਹੀਂ, ਦੂਜੀਆਂ ਸਬਜ਼ੀਆਂ ਦੀਆਂ, ਆਲੂਆਂ ਦੀ ਗੱਲ ਕਰ ਲਈਏ। ਹੁਣ ਆਪਾਂ ਪੰਜਾਬ 'ਚ ਦੇਖੋ, ਆਲੂ ਬਹੁਤ ਵੱਡੀ ਮਾਤਰਾ 'ਚ ਫਾਰਮਰ, ਵੱਡੇ ਵੱਡੇ ਕਿਸਾਨ ਜਿਹੜੇ ਹੈਗੇ, ਕਾਫੀ ਏਰੀਆ ਜਾਣੀ ਆਲੂਆਂ ਦੇ ਅਧੀਨ ਆਉਂਦਾ। ਉਹ ਕਿਸੇ ਸਾਲ ਤਾਂ ਬਹੁਤ ਚੰਗਾ ਭਾਅ ਮਿਲ ਜਾਂਦਾ ਹੁੰਦਾ, ਕਿਸੇ ਸਾਲ ਬਿਲਕੁਲ ਹੀ। ਉਹ ਲੋਕੀ ਕੋਲਡ ਸਟੋਰਾਂ 'ਚੋਂ ਕੱਢ ਕੇ ਸੁੱਟਦੇ ਆ, ਸੜਕਾਂ 'ਤੇ ਸੁੱਟਦੇ ਆ।
ਈਵਨ ਆਪਾਂ ਦੁੱਧ ਦੀ ਗੱਲ ਕਰ ਲਓ, ਪੰਜਾਬ 'ਚ ਡੇਅਰੀਆਂ, ਕਾਫੀ ਡੇਅਰੀਆਂ, ਕਈ ਚੰਗੇ ਕਿਸਾਨ ਆ ਜਿਨ੍ਹਾਂ ਨੇ ਡੇਅਰੀਆਂ ਡਿਵੈਲਪ ਕਰੀਆਂ ਹੋਈਆਂ ਹੈਗੀਆਂ। ਉਹ ਜਦੋਂ ਦੁੱਧ ਦਾ ਭਾਅ ਨਹੀਂ ਮਿਲਦਾ ਤਾਂ ਉਦੋਂ ਕਿਸਾਨ ਜਿਹੜੇ ਹੈਗੇ, ਹੁਣ ਪਿਛਲੇ ਦਿਨਾਂ 'ਚ ਜਿਹੜੀਆਂ ਹੈਗੀਆਂ ਇੱਦਾਂ ਹੀ, ਜੇ ਆਪਾਂ ਗੱਲ ਕਰੀਏ ਮਿਰਚਾਂ ਦੀ ਗੱਲ ਕਰੀਏ ਜਾਂ ਟਮਾਟਰਾਂ ਦੀ ਗੱਲ ਜਾਂ ਹੋਰ ਸਬਜ਼ੀਆਂ ਦੀ ਗੱਲ ਕਰ ਲਈਏ, ਅਕਸਰ ਹੀ ਕਈ ਵਾਰੀ ਕਿਸਾਨਾਂ ਕੋਲ ਹੋਰ ਕੋਈ ਰਸਤਾ ਨਹੀਂ ਹੁੰਦਾ, ਫਿਰ ਸੜਕਾਂ 'ਤੇ ਆਪਣੀਆਂ ਫਸਲਾਂ ਸਬਜ਼ੀਆਂ ਰੋੜਦੇ ਆ ਕਿ ਸਾਨੂੰ ਭਾਅ ਨਹੀਂ ਮਿਲਦਾ। ਇਹ ਸਵਾਲ ਆ, ਇਹ ਡਰਾਮਾ ਜਾਂ ਤਮਾਸ਼ਾ ਤਾਂ ਜ਼ਰੂਰ ਮੀਡੀਆ 'ਚ ਆਈ ਜਾਂਦਾ ਕਿ 300 ਰੁਪਏ ਕਿਲੋ ਹੋ ਗਿਆ, 250 ਰੁਪਏ ਕਿਲੋ ਹੋ ਗਿਆ। ਵੱਡਾ ਸਵਾਲ ਨਵਦੀਪ ਇਹ ਹੈ ਕਿ ਦੇਸ਼ ਦੀਆਂ ਸਰਕਾਰਾਂ ਜਿਹੜੀਆਂ ਹੈਗੀਆਂ, ਚਾਹੇ ਸੂਬੇ ਦੀ ਸਰਕਾਰ ਹੈ ਚਾਹੇ ਦੇਸ਼ ਦੀ ਸਰਕਾਰ ਹੈ, ਉਹ ਕਿਉਂ ਨਹੀਂ ਇਹੋ ਜਿਹੇ ਇੰਤਜ਼ਾਮ ਕਰਦੀ ਕਿ ਜਿਹੜੀ ਚੀਜ਼ ਜਿਹੜਾ ਪੈਦਾਵਾਰ ਕਰਦਾ ਹੈ ਉਹਦੇ ਲਈ ਕੋਈ ਕੋਲਡ ਸਟੋਰੇਜ ਦਾ ਇੰਤਜ਼ਾਮ, ਉਹਦੇ ਰਾਖਵੇਂ ਕਰਨ ਦਾ ਜਿਹੜਾ ਪ੍ਰਬੰਧ ਅਜਿਹਾ ਹੋਵੇ, ਕੋਈ ਆਪਣੀ ਫਸਲ ਦਾ ਮੌਕਾ ਆਉਣ ਤੇ ਵਾਜਬ ਮੁੱਲ ਲੈ ਸਕੇ। ਉੱਦਾਂ ਬੜੇ ਦਾਅਵੇ ਕਰਦੀਆਂ ਸਰਕਾਰਾਂ। ਹੁਣ ਇਲੈਕਸ਼ਨ ਆਉਣਗੀਆਂ ਨਾ, ਪਾਰਲੀਮੈਂਟ ਦਾ ਆਪਾਂ ਗੱਲ ਕਰਕੇ ਹਟੇ ਹਾਂ ਕਿ ਅਸੀਂ ਕਿਸਾਨ ਦੀ ਜਿਹੜੀ ਹੈਗੀ ਹੈ ਫਸਲਾਂ ਦੀ ਕੀਮਤ ਦੁੱਗਣੀ ਕਰ ਦਾਂਗੇ, ਉਹਦੀ ਆਮਦਨ ਦੁੱਗਣੀ ਕਰ ਦਾਂਗੇ, ਇੱਦਾਂ ਵਧਾ ਦਾਂਗੇ, ਇਹ ਕਰ ਦਾਂਗੇ, ਉਹ ਕਰ ਦਾਂਗੇ। ਪਰ ਜਿਨ੍ਹਾਂ ਮੁੱਦਿਆਂ ਦੇ ਉੱਤੇ ਕਿਸਾਨ ਦੀ ਮਦਦ ਕਰਨ ਦੀ ਲੋੜ ਹੈ ਉਹਨਾਂ ਮੁੱਦਿਆਂ ਤੇ ਕੋਈ ਸੁਣਵਾਈ ਨਹੀਂ। ਹੁਣ ਟਮਾਟਰ ਵੀ ਉਹਨਾਂ 'ਚ ਇੱਕ ਵੱਡੀ ਐਗਜ਼ਾਮਪਲ ਹੈ ਕਿ ਜੇ ਕਿਧਰੇ ਇੱਦਾਂ ਦੇ ਇੰਤਜ਼ਾਮ ਜਿਹੜੇ ਕਿ ਸਰਕਾਰਾਂ ਵੱਲੋਂ ਕੀਤੇ ਹੋਣ ਤਾਂ ਜਿਹੜੇ ਉਪਭੋਗੀ ਹੈਗੇ ਆ, ਜਿਹੜੇ ਖਪਤਕਾਰ ਹੈਗੇ ਆ, ਉਹਨਾਂ ਨੂੰ ਇਹ ਭਾਅ ਭੁਗਤਣੇ ਪੈਣ ਤੇ ਕਿਸਾਨ ਦੀ ਜੇਬ 'ਚ ਵੀ 4 ਪੈਸੇ ਆ ਜਾਣ, ਉਹਨਾਂ ਨੂੰ ਬਚਤ ਹੋ ਸਕੇ। ਸੋ ਸਰਕਾਰਾਂ ਦੀ ਨਲਾਇਕੀ ਵੀ ਸਾਬਤ ਹੁੰਦੀ ਹੈ। ਇਕੱਲਾ ਮੀਡੀਆ 'ਚ ਇਹ ਨਹੀਂ ਕਿ 300 ਰੁਪਏ ਹੋ ਗਿਆ ਤੇ ਹਾਹਾਕਾਰ ਮੱਚ ਗਈ, ਲੋਕਾਂ ਦੇ ਦੇਖੋ ਜੀ ਇਹ ਟਮਾਟਰਾਂ 300 ਭਾਅ ਹੋ ਗਿਆ। 300 ਭਾਅ ਹੋਣ ਵਾਲੀ ਗੱਲ ਨਹੀਂ ਹੈ ਨਵਦੀਪ। ਗੱਲ ਤਾਂ ਇਹ ਹੈ ਕਿ ਜਿਹੜੇ ਲੋਕ ਪੈਦਾ ਕਰਦੇ ਹੈ ਉਹ ਕਿਉਂ ਸੁਈਸਾਈਡ ਕਰ ਰਹੇ। ਜਿਹੜਾ 300 ਰੁਪਏ ਕਿਲੋ ਟਮਾਟਰ ਪੈਦਾ ਕਰਦਾ ਉਹ ਕਿਸਾਨ ਫਾਹਾ ਕਿਉਂ ਲੈ ਰਿਹਾ, ਸਵਾਲ ਤਾਂ ਇਹ ਹੈ। ਜੀ ਬਿਲਕੁਲ ਸਿੱਧੂ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਅਖੀਰ ਦੇ ਵਿੱਚ ਸਿੱਧੂ ਸਾਹਿਬ ਨੇ ਜਿਹੜਾ ਸਵਾਲ ਛੱਡਿਆ ਕਿ ਕਿਸਾਨ ਫਾਹਾ ਕਿਉਂ ਲੈ ਰਿਹਾ, ਕਿਉਂ ਕਿਸਾਨ ਮਰ ਰਹੇ ਨੇ। ਜਦੋਂ ਕਿਸਾਨਾਂ ਦੀਆਂ ਫਸਲਾਂ ਆਪਣੀਆਂ ਹੁੰਦੀਆਂ ਨੇ ਉਦੋਂ 2 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਵਿਕਦੀਆਂ ਨੇ, ਤੇ ਜਦੋਂ ਸ਼ਾਹੂਕਾਰ ਲੋਕ ਕੋਲਡ ਸਟੋਰਸ ਦੇ ਵਿੱਚ ਇਹਨਾਂ ਨੂੰ ਸਟੋਰੇਜ ਕਰ ਦਿੰਦੇ ਨੇ ਤੇ ਜਦੋਂ ਉਹਨਾਂ ਨੇ ਆਪ ਵੇਚਣੀਆਂ ਹੁੰਦੀਆਂ ਨੇ ਤਾਂ ਉਹੀ 2 ਰੁਪਏ ਕਿਲੋ ਲਈਆਂ ਹੋਈਆਂ ਚੀਜ਼ਾਂ 200 ਰੁਪਏ ਕਿਲੋ ਵਿਕਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸਰਕਾਰਾਂ ਹੀ ਕਿਤੇ ਨਾ ਕਿਤੇ ਉਹਨਾਂ ਕਾਰੋਬਾਰੀਆਂ ਦੇ ਨਾਲ ਜੁੜੀਆਂ ਹੋਈਆਂ ਹੁੰਦੀਆਂ ਨੇ, ਇੱਕ ਮਿਲੀ ਭੁਗਤ ਹੁੰਦੀ ਹੈ। ਤੇ ਜਦੋਂ ਤੁਸੀਂ ਆਪਣੇ ਹੀ ਦੇਸ਼ ਦੇ ਵਿੱਚ, ਆਪਣੇ ਹੀ ਸੂਬੇ ਦੇ ਵਿੱਚ ਕਿਰਤ ਕਰ ਰਹੇ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਧੋਖਾਧੜੀ ਕਰੋਗੇ ਤਾਂ ਤੁਸੀਂ ਕਿੱਥੇ ਜਾਓਗੇ, ਸੋਚਣਾ ਬਣਦਾ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਨਾ ਹੀ ਜੀ। ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।